ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਤੇ ਪ੍ਰੋਗਰਾਮ ਦਾ ਨਾਮ ਹੈ ਕੀ ਹਾਲ ਪੰਜਾਬ। ਇਸ ਪ੍ਰੋਗਰਾਮ 'ਚ ਅਸੀਂ ਚਰਚਾ ਕਰਦੇ ਹਾਂ ਉਹਨਾਂ ਮੁੱਦਿਆਂ ਦੀ ਜੋ ਪੰਜਾਬ ਦੇ ਲਈ ਅਹਿਮ ਨੇ, ਜੋ ਗੰਭੀਰ ਨੇ ਮੁੱਦੇ। ਤੇ ਇੱਕ ਪੰਜਾਬ ਦੇ ਲਈ ਗੰਭੀਰ ਮੁੱਦਾ ਬਣਿਆ ਹੋਇਆ, ਵੱਡਾ ਮਸਲਾ ਬਣਿਆ ਹੋਇਆ ਮਾਈਨਿੰਗ ਦਾ, ਜਿਹਦੇ ਤੇ ਕਈ ਵਾਰੀ ਇਲੈਕਸ਼ਨ ਲੜੇ ਗਏ। ਇਲੈਕਸ਼ਨਸ ਦੇ ਵਿੱਚ ਉਸੇ ਮੁੱਦੇ ਨੂੰ ਲੈ ਕੇ ਵੋਟਾਂ ਮੰਗੀਆਂ ਗਈਆਂ ਤੇ ਉਸੇ ਮਾਮਲੇ ਤੇ ਬਾਕੀ ਸਰਕਾਰਾਂ ਨੇ, ਪਾਰਟੀਜ਼ ਨੇ ਇੱਕ ਦੂਜੇ ਤੇ ਆਰੋਪ ਵੀ ਲਾਏ, ਪ੍ਰਤੀ ਆਰੋਪ ਵੀ ਲੱਗੇ ਤੇ ਉਹਨਾਂ ਦੇ ਜਵਾਬ ਵੀ ਦਿੰਦੇ ਰਹੇ। ਦਾਅਵਾ ਵੀ ਹੁੰਦਾ ਰਿਹਾ ਕਿ ਮਾਈਨਿੰਗ ਨੂੰ ਅਸੀਂ ਰੋਕਾਂਗੇ, ਮਾਈਨਿੰਗ ਤੋਂ ਰੈਵਨਿਊ ਲੈ ਕੇ ਆਵਾਂਗੇ ਤੇ ਉਹਦੇ ਨਾਲ ਕੀ ਕੁਝ ਹੋ ਸਕਦਾ ਹੈ, ਇਹਦੀ ਉਮੀਦ ਵੀ ਲੋਕਾਂ ਨੂੰ ਦਿਖਾਈ ਗਈ, ਵੱਡੀ ਪਿਕਚਰ ਦਿਖਾਈ ਗਈ। ਪਰ ਹੋ ਕੀ ਰਿਹਾ, ਜ਼ਮੀਨੀ ਪੱਧਰ ਤੇ ਜ਼ਮੀਨੀ ਸਤਰ ਤੇ ਕੀ ਹੋ ਰਿਹਾ, ਉਹ ਸਭ ਸਾਡੇ ਸਾਹਮਣੇ ਆ। ਤੇ ਅੱਜ ਅਸੀਂ ਜਿਹੜੀ ਗੱਲਬਾਤ ਕਰ ਰਹੇ ਹਾਂ ਇਸੇ ਮੁੱਦੇ ਤੇ ਕਰ ਰਹੇ ਹਾਂ ਕਿਉਂਕਿ ਬਨਵਾਰੀ ਲਾਲ ਪੁਰੋਹਿਤ ਜੋ ਗਵਰਨਰ ਨੇ ਪੰਜਾਬ ਦੇ, ਉਹਨਾਂ ਨੇ ਵੀ ਪੰਜਾਬ ਦਾ ਦੌਰਾ ਕੀਤਾ, ਸਰਹੱਦੀ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਤੇ ਉਹਨਾਂ ਨੇ ਉੱਥੇ ਇੱਕ ਸਟੇਟਮੈਂਟ ਦਿੱਤੀ ਕਿ ਜਿਹੜੇ ਲੋਕ ਇਲੀਗਲ ਮਾਈਨਿੰਗ ਦੇ ਵਿੱਚ ਸ਼ਾਮਿਲ ਨੇ ਉਹਨਾਂ 'ਤੇ ਦੇਸ਼ ਧਰੋਹ ਦਾ ਪਰਚਾ ਹੋਣਾ ਚਾਹੀਦਾ, ਉਹਨਾਂ 'ਤੇ ਦੇਸ਼ ਧਰੋਹ ਦੇ ਆਰੋਪ ਲੱਗਣੇ ਚਾਹੀਦੇ ਆ ਕਿਉਂਕਿ ਇਹ ਦੇਸ਼ ਧਰੋਹ ਤੋਂ ਘੱਟ ਨਹੀਂ ਹੈ। ਕਿਉਂਕਿ ਸਰਹੱਦੀ ਇਲਾਕੇ ਦੇ ਵਿੱਚ ਜਦੋਂ ਮਾਈਨਿੰਗ ਹੁੰਦੀ ਹੈ ਤਾਂ ਉਹ ਨੈਸ਼ਨਲ ਸਿਕਿਉਰਿਟੀ ਦੇ ਲਈ ਵੀ ਖਤਰਾ ਬਣ ਸਕਦਾ ਹੈ। ਇਸ ਮੁੱਦੇ 'ਤੇ ਗੱਲਬਾਤ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਕਾਂਗਰਸ ਤੋਂ ਨਰਿੰਦਰ ਸੰਧੂ ਜੀ, ਪਰਮਵੀਰ ਜੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ, ਸੁਰਿੰਦਰ ਕੰਵਲ ਜੀ ਨੇ ਬੀਜੇਪੀ ਤੋਂ। ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ। ਪਹਿਲਾਂ ਸੁਰਿੰਦਰ ਕੰਵਲ ਜੀ ਤੁਹਾਡੇ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ। ਮਾਈਨਿੰਗ ਦਾ ਜੋ ਮਸਲਾ ਬਣਿਆ ਹੋਇਆ ਹੈ, ਇਹ ਨੈਸ਼ਨਲ ਸਿਕਿਉਰਿਟੀ ਲਈ ਥ੍ਰੈਟ ਕਿਵੇਂ ਹੋ ਸਕਦਾ ਹੈ ਤੇ ਪੰਜਾਬ ਦੇ ਲਈ ਥ੍ਰੈਟ ਕਿਵੇਂ ਆ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਗੱਲ ਜ਼ਰੂਰ ਕਰਨਾ ਚਾਹੁੰਦੀ ਹਾਂ ਕਿ ਜਦੋਂ ਸੱਤਾਧਾਰੀ ਧਿਰ ਡਿਬੇਟ ਦੇ ਵਿੱਚ ਨਹੀਂ ਬੈਠੀ ਤਾਂ ਦਿਸ ਇਜ਼ ਦਾ ਬਿਗ ਥ੍ਰੈਟ ਟੂ ਦਾ ਡੈਮੋਕ੍ਰੇਸੀ। ਜੀ, ਕਿਉਂਕਿ ਜਿਹੜੀਆਂ ਗੱਲਾਂ ਨੂੰ ਅਸੀਂ ਗੱਲ ਕਰਨੀ ਚਾਹੁੰਦੇ ਹਾਂ, ਜਿਹੜੀਆਂ ਗੱਲਾਂ ਵਿਰੋਧੀ ਧਿਰ ਦੇ ਵਿੱਚ ਬੈਠ ਕੇ ਸਾਰਿਆਂ ਨੇ ਸਵਾਲ ਜਵਾਬ ਤਲਬੀ ਕਰਨੀ ਆ, ਤੇ ਉਹਦੇ ਲਈ ਜੇਕਰ ਸੱਤਾਧਾਰੀ ਧਿਰ ਨਹੀਂ ਬੈਠੀ ਹੈ, ਸੱਤਾਧਾਰੀ ਧਿਰ ਨੂੰ ਕਿਸ ਚੀਜ਼ ਦਾ ਡਰ ਆ ਕਿ ਜੀ, ਉਹ ਮਤਲਬ ਪਿਛਲੇ ਦਿਨਾਂ ਦੀਆਂ ਕਾਫੀ ਸਾਰੀਆਂ ਡਿਬੇਟ ਦੇ ਵਿੱਚ ਉਹ ਮੀਡੀਆ ਦੇ ਵਿੱਚੋਂ ਮਾਈਨਸ ਚੱਲਦੇ ਪਏ ਆ ਕਿ ਉਹ ਜਵਾਬ ਨਹੀਂ ਦੇਣਾ ਚਾਹੁੰਦੇ। ਜੇਕਰ ਮੰਨ ਲਓ ਜਵਾਬ ਨਹੀਂ ਦੇਣਾ ਚਾਹੁੰਦੇ ਤੇ ਫਿਰ ਉਹਨਾਂ ਨੂੰ ਕੀ ਅਧਿਕਾਰ ਸੀ, ਕੀ ਹੱਕ ਸੀ ਜੇ ਉਹਨਾਂ ਕੋਲ ਪੰਜਾਬ ਦੀ ਡਿਵੈਲਪਮੈਂਟ ਪਾਲਿਸੀ ਦਾ ਕੋਈ ਉਹਨਾਂ ਕੋਲ ਬਲੂਪ੍ਰਿੰਟ ਨਹੀਂ ਸੀ, ਅੱਜ ਉਹ ਜਵਾਬਦੇਹੀ ਤੋਂ ਭੱਜ ਰਹੇ ਨੇ। ਤੇ ਇਹ ਬਹੁਤ ਜੀ, ਸਾਰੇ ਸਵਾਲ ਨੇ ਜਿਹਦੇ ਚ ਮੈਂ ਪਹਿਲਾਂ ਤੁਹਾਡਾ ਮੀਡੀਆ ਦਾ ਇੱਕ ਵੱਡਾ ਪਲੇਟਫਾਰਮ ਹੋਣ ਦੇ ਨਾਤੇ ਇਸ ਚੀਜ਼ ਦੀ ਗੱਲ ਜ਼ਰੂਰ ਰੱਖਣਾ ਚਾਹੁੰਦੀ ਹਾਂ ਕਿ ਵਾਈ ਦੇ ਆਰ ਨਾਟ ਇਨ ਡਿਬੇਟਸ ਫॉर ਦਾ ਕੁਐਸਚਨਿੰਗ ਐਂਡ ਆਨਸਰਿੰਗ। ਜੀ, ਅਗਲੀ ਗੱਲ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ ਕਿ ਮਾਈਨਿੰਗ, ਦੇਖੋ ਜਿਹੜਾ ਮਾਈਨਿੰਗ ਦਾ ਖਤਰਾ ਵਾ ਉਹ ਤਾਂ ਸਾਰਿਆਂ ਨੂੰ ਜੱਜ ਹੋ ਹੀ ਰਿਹਾ ਵਾ। এনवायरमेंट ਦੇ ਉੱਤੇ ਇੰਨਾ ਜ਼ਿਆਦਾ ਮਿਸਮੈਨੇਜਮੈਂਟ, ਕਲਾਈਮੇਟ ਚੇਂਜ ਹੋ ਰਹੇ ਨੇ, ਲੇਕਿਨ ਅਸੀਂ ਆਪਣੀਆਂ ਸੌੜੀਆਂ ਸੋਚਾਂ ਤੇ ਛੋਟੇ ਧਿਰਾਂ ਨੂੰ ਲੈ ਕੇ ਲਗਾਤਾਰ ਮਾਈਨਿੰਗ ਜਿਹੜੀ ਆ ਉਹ ਹੋ ਰਹੀ ਆ, ਜਿਹਦੇ ਨਾਲ ਮਿੱਟੀ ਦੀ ਕੁਆਲਿਟੀ, ਜਿਹਦੇ ਨਾਲ ਤੁਸੀਂ ਦੇਖੋ ਅਗਰ ਆਪਾਂ ਆਮ ਨਾਰਮਲ ਘਰ ਦੀ ਛੱਤ 'ਚ ਰਹਿੰਦੇ ਆ ਤਾਂ ਉਹ 10 ਤੋਂ 11 ਫੁੱਟ ਦੀ ਛੱਤ ਹੈ, ਜੀ, ਲੇਕਿਨ ਮਾਈਨਿੰਗ ਦੇ ਵਿੱਚ ਇਹਨਾਂ ਨੇ ਉਹ ਜਿਹੜੇ ਟੋਏ ਨੇ, ਜਿਹੜੀ ਸਰਫੇਸ ਦੀ ਮਾਈਨਿੰਗ ਆ ਉਹ 15-15 ਤੋਂ ਲੈ ਕੇ 20-20 ਫੁੱਟ ਤੱਕ ਲੈ ਗਏ ਨੇ। ਤਾਂ ਜੀ, ਉਹਦੀ ਜਿਹੜੀ ਲੈਂਡ ਦੀ ਖਰਾਬੀ ਹੋ ਰਹੀ ਆ, ਉੱਪਰਲੀ ਉਪਜਾਊ ਸ਼ਕਤੀ ਦੀ ਖਰਾਬੀ ਹੁੰਦੀ ਆ। ਫਿਰ ਜਿਹੜਾ ਡੀਫੋਰੈਸਟੇਸ਼ਨ ਨਾਲ ਚੱਲਦਾ ਕਿਉਂਕਿ ਜੜ੍ਹਾਂ ਉਨੀਆਂ ਕਾਬਲ ਨਹੀਂ ਰਹਿੰਦੀਆਂ ਕਿ ਉਹ ਰੁੱਖਾਂ ਨੂੰ ਸੰਭਾਲ ਕੇ ਰੱਖ ਸਕਣ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਕਲਾਈਮੇਟ ਚੇਂਜ ਇੰਨਾ ਜ਼ਿਆਦਾ ਪ੍ਰਭਾਵਿਤ ਕਰਦਾ ਪਿਆ ਵਾ। ਮਾਈਨਿੰਗ ਸ਼ਰੇਆਮ ਹੋ ਰਹੀ ਹੈ ਸਾਡੇ ਬਾਬਾ ਬਕਾਲਾ ਇਲਾਕੇ ਦੇ ਵਿੱਚ। ਜਦੋਂ ਅਸੀਂ ਬਿਆਸ ਵੱਲ ਨੂੰ ਜਾਂਦੇ ਆ ਤਾਂ ਇੰਨਾ ਜ਼ਿਆਦਾ ਸ਼ਰੇਆਮ ਉੱਥੇ ਇਹ ਸਾਰਾ ਕੁਝ ਚੱਲਦਾ ਪਿਆ ਵਾ, ਲਾਗਲੇ ਪਿੰਡਾਂ ਨੂੰ ਕਿੰਨਾ ਜ਼ਿਆਦਾ ਖਤਰਾ ਹੋ ਜਾਂਦਾ ਵਾ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਰਕਾਰ ਦੀ ਨੱਕ ਦੇ ਹੇਠਾਂ ਹੋਣ ਡਈਆਂ ਨੇ। ਜੀ, ਦੇਖੋ ਜਿਹੜਾ ਐਚਸੀ ਨੇ ਵੀ ਜਿਹੜਾ ਮਤਲਬ ਇੱਕ ਬੜੀ ਵੱਡੀ ਇਹਨਾਂ ਦੀ ਕਲਾਸ ਲਾਈ ਆ ਕਿ ਅਕਸਰ ਨੂੰ ਤੁਸੀਂ ਕੀ ਕਰਦੇ ਪਏ ਹੋ। ਤਾਂ ਪੁਰਾਣੀਆਂ ਸਰਕਾਰਾਂ ਦੇ ਚੱਲਦੇ ਆ ਹੁਣ ਤੱਕ ਦੀ ਸਰਕਾਰ ਜਿਹੜੀ ਆ ਇਹ ਅਟਮੋਸਟ ਫੇਲੀਅਰ ਸਾਬਤ ਹੋ ਰਹੀ ਆ ਹਰ ਗੱਲ ਦੇ ਉੱਤੇ। ਜਦੋਂ ਪਤਾ ਵਾ ਕਿ ਸਾਡੇ ਸਾਹਮਣੇ ਇੱਕ ਖਤਰਾ ਸਾਨੂੰ ਜਿਹੜਾ ਵਾ ਉਹ ਮੌਤ ਦੇ ਵੱਲ ਨੂੰ ਧੱਕਦਾ ਪਿਆ ਵਾ। ਤੁਸੀਂ ਦੇਖੋ ਪਾਕਿਸਤਾਨ ਦੇ ਵਿੱਚ ਇੰਨੇ ਜ਼ਿਆਦਾ ਹੜ੍ਹ ਆ ਚੁੱਕੇ ਨੇ, ਰਾਵੀ ਦੇ ਵਿੱਚ ਜਦੋਂ ਆਪਣੇ ਇਧਰਲੇ ਪਾਸੇ ਹੜ੍ਹਾਂ ਦਾ ਇੱਕ ਏਡਾ ਵੱਡਾ ਦੌਰ ਚੱਲਦਾ ਵਾ, ਤਾਂ ਇਹ ਸਾਰਾ ਕੁਝ ਮਾਈਨਿੰਗ ਦੇ ਹੀ ਇਹ ਸਾਈਡ ਇਫੈਕਟਸ ਨੇ ਕਿ ਅਸੀਂ ਲੋਕ ਕੁਦਰਤ ਦੇ ਇਸ ਜਦੋਂ ਖਿਲਵਾੜ ਕਰਦੇ ਪਏ ਆ ਤੇ ਸਰਕਾਰਾਂ ਜਿਹੜੀਆਂ ਨੇ ਉਹ ਚੁੱਪਚਾਪ ਬੈਠੀਆਂ ਹੋਈਆਂ ਨੇ। ਦੇਖੋ ਹਰ ਚੀਜ਼ ਦੀ ਅਗਰ ਜ਼ਰੂਰਤ ਹੈ ਤਾਂ ਜ਼ਰੂਰਤ ਦੇ ਲਈ ਪਾਲਿਸੀਆਂ ਵੀ ਬਣਨੀਆਂ ਚਾਹੀਦੀਆਂ ਨੇ। ਜੇਕਰ ਅਸੀਂ ਸਿਰਫ ਝੂਠ ਮਾਰ ਕੇ ਸਰਕਾਰਾਂ ਲੈਣੀਆਂ ਨੇ ਤੇ ਪਾਲਿਸੀਆਂ ਕਿਸੇ ਨੇ ਬਾਹਰੋਂ ਦੂਸਰੇ ਦੇਸ਼ ਤੋਂ ਆ ਕੇ ਤਾਂ ਨਹੀਂ ਨਾ ਬਣਾਉਣੀਆਂ। ਬਿਲਕੁਲ ਜੀ। ਨਰਿੰਦਰ ਸੰਧੂ ਜੀ, ਜੇ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਆਪਾਂ ਤਾਂ ਇਸ ਤੋਂ ਪਹਿਲਾਂ ਵੀ ਮਾਈਨਿੰਗ ਦੇ ਮਸਲੇ ਨੂੰ ਗੰਭੀਰ ਲਿਆ ਗਿਆ, ਇਹਦੇ 'ਤੇ ਚਰਚਾ ਵੀ ਹੋਈ ਹਮੇਸ਼ਾ। ਪਿਛਲੇ ਇਲੈਕਸ਼ਨ ਦੇ ਵਿੱਚ ਵੀ ਸਭ ਤੋਂ ਵੱਡਾ ਮਸਲਾ ਮਾਈਨਿੰਗ ਦਾ ਹੀ ਰਿਹਾ। ਉਹਦੇ ਵਿੱਚ ਆਰੋਪ ਵੀ ਲੱਗਦੇ ਰਹੇ, ਇਲੀਗਲ ਮਾਈਨਿੰਗ ਦੇ ਵੀ ਕਈ ਲੀਡਰਸ 'ਤੇ ਆਰੋਪ ਲੱਗੇ।
ਨਵਜੋਤ ਸਿੰਘ ਸਿੱਧੂ ਨੇ ਇੱਕ ਗੱਲ ਕੀਤੀ ਸੀ ਕਿ ਅਸੀਂ ਮਾਈਨਿੰਗ ਨੂੰ ਜਿਹੜਾ ਲੀਗਲਾਈਜ਼ ਕਰਕੇ ਤੇ ਰੇਤੇ ਦੇ ਰੇਟ ਘੱਟ ਕਰਾਂਗੇ। ਉਹਨਾਂ ਦਾ ਵੀ ਇੱਕ ਪਲਾਨ ਸੀ, ਉਹ ਵੀ ਸਾਹਮਣੇ ਆਇਆ। ਫਿਰ ਆਮ ਆਦਮੀ ਪਾਰਟੀ ਨੇ ਵੀ ਆਪਣਾ ਪਲਾਨ ਆਪਣਾ ਦੱਸਿਆ। ਉਹਨਾਂ ਨੇ ਦੱਸਿਆ ਕਿ ਇਲੀਗਲ ਮਾਈਨਿੰਗ ਨੂੰ ਅਸੀਂ ਕਿਵੇਂ ਉੱਥੋਂ ਰੈਵਨਿਊ ਜਨਰੇਟ ਕਰਾਂਗੇ, ਕਿਵੇਂ ਉਹਨੂੰ ਕੰਟਰੋਲ ਕਰਾਂਗੇ, ਉਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਪਰ ਹੁਣ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੱਲਿਆ ਤੇ ਉਹੀ ਹਾਲ, ਕੀ ਪਹਿਲਾਂ ਤੋਂ ਬੱਤਰ ਹਾਲ ਹੋ ਗਏ ਆ ਜਾਂ ਪਹਿਲਾਂ ਤੋਂ ਥੋੜਾ ਜਿਹਾ ਬਿਹਤਰੀ ਵਾਲਾ ਅਸੀਂ ਤੁਰੇ ਹਾਂ? ਦੇਖੋ ਅਮਨਦੀਪ ਜੀ, ਆਮ ਆਦਮੀ ਪਾਰਟੀ ਇੱਕ ਸਲੋਗਨ ਆਈ ਸੀ, ਅਸੀਂ ਬਦਲਾ ਲਿਆਵਾਂਗੇ ਜੀ। ਠੀਕ ਹੈ ਜੀ। ਬਦਲਾਅ ਤੇ ਦੇਖੋ ਦਿਸ ਰਿਹਾ। ਜੇ ਮੈਂ ਬਦਲਾਅ ਦੀ ਗੱਲ ਕਰ ਲਾਂਗਾ ਤੇ ਬਾਕੀ ਜਿਹੜੇ ਡਿਬੇਟਰ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ, ਕਿਉਂਕਿ ਇੰਨਾ ਕੁ ਬਦਲਾਅ ਇਹਨਾਂ ਨੇ ਲੈ ਆਂਦਾ। ਪਰ ਕਿਉਂਕਿ ਅੱਜ ਆਪਾਂ ਸਿਰਫ ਤੇ ਸਿਰਫ ਰੇਤ ਦੇ ਇਸ਼ੂ ਤੇ ਗੱਲ ਕਰੀ, ਤੁਸੀਂ ਜਿਵੇਂ ਆਖਿਆ ਨਵਜੋਤ ਸਿੰਘ ਸਿੱਧੂ ਨੇ, ਦੇਖੋ ਉਹਨਾਂ ਦੀ ਬੜੀ ਵਧੀਆ ਸੋਚ ਸੀ। ਉਹਨਾਂ ਨੇ ਹੀ ਕਿਹਾ ਸੀ ਵੀ ਸੈਂਡ ਪਾਲਿਸੀ ਬਣੂਗੀ, ਮਾਈਨਿੰਗ ਪਾਲਿਸੀ ਬਣੂਗੀ, ਲਿਕਰ ਪਾਲਿਸੀ ਬਣੂਗੀ। ਅੱਜ ਜਿਹੜੇ ਝੂਠ ਦੇ ਲਿਫਾਫੇ ਖੋਲ ਕੇ ਲਿਆਏ ਨੇ, ਇਹ ਸਾਰੇ ਸਾਡੀ ਨਕਲ ਕਰ। ਮੈਨੂੰ ਸੁਰਿੰਦਰ ਕਮਲ ਭੈਣ ਜੀ ਨੇ, ਬੀਜੇਪੀ ਦੇ ਜਿਹੜੇ ਬੁਲਾਰੇ ਨੇ, ਬੜੀ ਵਧੀਆ ਗੱਲ ਕਹੀ ਵੀ ਜੇ ਇਹਨਾਂ ਨੂੰ ਕੋਈ ਡਰ ਨਹੀਂਗਾ, ਇਹ ਬਿਲਕੁਲ ਸੱਚ ਦੇ ਰਸਤੇ ਤੇ ਤੁਰਨ ਡਏ ਨੇ, ਫਿਰ ਅੱਜ ਡਿਬੇਟ 'ਚ ਕਿਉਂ ਨਹੀਂ ਮਿਲਦੇ? ਸਾਡੇ ਨਾਲ ਡਿਬੇਟਾਂ 'ਚ ਆਉਂਦੇ ਹੀ ਨਹੀਂ। ਅੱਜ ਤੇ ਹੱਦ ਹੀ ਹੋ ਗਈ। ਅੱਜ ਤੇ ਸਾਡੇ ਪੰਜਾਬ ਦੀ ਗਵਰਨੈਂਸ ਤਰੱਕੀ ਸਰਹੱਦੀ ਇਲਾਕੇ ਦਾ ਦੌਰਾ ਕਰਕੇ ਤੇ ਇਹਨਾਂ ਨੂੰ ਲਾਂਤਾਂ ਪਾਈਆਂ ਵੀ ਇਹ ਕੀ ਹੋ ਰਿਹਾ ਹਨਾ। ਸਾਡੀ ਸਰਕਾਰ, ਤੁਸੀਂ ਵੇਲੇ ਦੀ ਗੱਲ ਕਰਦੇ ਜੀ, ਦੇਖੋ ਅਮਨਦੀਪ ਜੀ, ਚੋਰੀਆਂ ਕਦੀ ਨਹੀਂ ਰੁਕ ਸਕਦੀ, ਸੱਚਾਈ ਇਹ ਹੈ। ਪਰ ਸਾਡੀ ਵਾਰੀ ਵੀ ਹਾਈ ਕੋਰਟ ਨੇ ਫਟਕਾਰ ਪਾਈ ਸੀ 2018 ਦੇ ਵਿੱਚ, ਤੇ ਉਹਨਾਂ ਨੇ ਕਿਹਾ ਸੀ ਇਹਦਾ ਹੱਲ ਲੱਭੋ। ਤੇ 3 ਫਰਵਰੀ 2020 ਨੂੰ ਸਾਡੇ ਮਾਨਯੋਗ ਮੰਤਰੀ ਜਿਹੜੇ ਸੁਖ ਸਰਕਾਰੀ ਸੀ, ਉਹਨਾਂ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਮਿਲ ਕੇ ਕਿਹਾ ਸੀ ਵੀ ਕੋਈ ਬੰਦਾ ਹੋਵੇ, ਸਾਡੀ ਪਾਰਟੀ ਦਾ ਅਦਰ ਬੰਦਾ ਹੋਵੇ, ਕੋਈ ਸਰਪੰਚ ਹੋਵੇ, ਕੋਈ ਕੁਛ ਹੋਵੇ, ਗੈਰ ਕਾਨੂੰਨੀ ਮਾਈਨਿੰਗ ਕਰਦਾ, ਜਿਹਦੇ ਚੋਂ ਰੇਤ ਪੁੱਟੀ ਜਾ ਰਹੀ ਹੈ ਜਾਂ ਜਿਹੜਾ ਰੇਤ ਲੈ ਕੇ ਜਾ ਰਿਹਾ ਪਰਚਾ ਦੇ, ਸਾਨੂੰ ਕਹਿਣ ਦੀ ਪੁੱਛਣ ਦੀ ਲੋੜ ਨਹੀਂ। ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ? ਉਸ ਤੋਂ ਬਾਅਦ ਸਾਡੀ ਸਰਕਾਰ, ਤੁਹਾਨੂੰ ਪਤਾ ਹੀ, ਜੋ ਪੌਣੇ 5 ਸਾਲ ਸਾਡਾ ਹਾਲ ਰਿਹਾ, ਉਸ ਤੋਂ ਬਾਅਦ ਸਾਡੀ ਸਰਕਾਰ ਆਈ, ਚੰਨੀ ਸਰਕਾਰ, ਉਹਨਾਂ ਨੇ ਆਉਂਦਿਆਂ ਹੀ ਇੱਕੋ ਦਮ ਰੇਤ ਦੇ ਰੇਟ ਜਿਹੜੇ ਉਹ ਘਟਾਏ। ਰੇਤ ਜਿਹੜੀ 4-4.5 ਨੂੰ ਟਰਾਲੀ ਸੀ, ਉਹ 1500 ਜਾਂ 2000 ਦੀ ਟਰਾਲੀ ਮਿਲਣ ਲੱਗੀ, ਜਿਹੜੀ ਕਿ ਜਾਇਜ਼ ਸੀ। ਇਹਨਾਂ ਨੇ ਆਉਂਦਿਆਂ ਹੀ ਬਿਆਨ ਵੱਡੇ ਵੱਡੇ ਦਿੱਤੇ, 9 ਰੁਪਏ ਜਿਹੜਾ 1 ਫੁੱਟ ਰੇਤ ਕਰਦਾ ਕਿ 900 ਰੁਪਏ ਦੀ ਟਰਾਲੀ ਹੋ ਜਾਊਗੀ, ਤੁਸੀਂ ਪੁੱਟ ਕੇ ਲੈ ਜਾਓ, ਤੁਹਾਡਾ ਆਪਣੀ ਕਨਵੈਂਸ ਹੋਊਗੀ। ਮਤਲਬ ਪਾਲਿਸੀ ਬਣਾਉਣ ਲੱਗੇ ਵੇਖਦੇ ਨੇ ਵੀ ਅਸੀਂ ਕੀ ਬੋਲ ਰਹੇ ਹਾਂ ਤੇ ਕੀ ਕਰ ਰਹੇ ਹਾਂ। ਅੱਜ 7500 ਰੁਪਏ ਦੀ ਟਰਾਲੀ ਉੱਤੋਂ ਸਰਕਾਰ ਨੇ ਮਾਈਨਿੰਗ ਪਾਲਿਸੀ ਲਾ ਕੇ ਤੇ ਸਾਰੇ ਰੇਟ ਬੰਦ ਕਰਤੀ। ਸਭ ਤੋਂ ਮੇਨ ਮੁੱਦਾ ਤੇ ਇਹ ਹੈ ਨਾ, ਪਾਰਟੀਆਂ ਤੇ ਇੱਕ ਬੰਨੇ ਰਹਿ ਗਈਆਂ ਅਮਨਦੀਪ ਜੀ। ਇੱਕ ਮਿਡਲ ਕਲਾਸ ਬੰਦਾ ਘਰ ਬਣਾਊ ਕਿਵੇਂ? ਗਰੀਬ ਤੇ ਵਿਚਾਰਾ ਬਣਾਉਂਦਾ, ਅਮੀਰ ਨੂੰ ਪਤਾ ਹੀ ਕੋਈ ਨਹੀਂ ਕਿ ਕਿੰਨਾ ਕੁ ਪੈਸਾ ਹੋਊ। ਮਿਡਲ ਕਲਾਸ ਕਿੱਥੇ ਮਰੇਗਾ? ਉਹਦਾ ਘਰ ਹੀ ਨਹੀਂ ਬਣਦਾ। ਰੇਤ ਜਿਹੜੀ ਉਹ ਅਸਮਾਨ ਨੂੰ ਛੂਹਣ ਲੱਗ ਪਈ। ਲੋਕ, ਅਸੀਂ ਸ਼ਹਿਰ ਅੰਮ੍ਰਿਤਸਰ ਚ ਰਹਿੰਦੇ ਹਾਂ, ਗੰਦੀ ਟਰਾਲੀਆਂ ਰੇਤਾਂ ਦੀਆਂ ਲਿਆ ਕੇ ਤੇ ਵੇਚ ਰਹੇ ਨੇ ਲੋਕੀ ਆਪਣਾ ਘਰ ਬਣਾ। ਲੋਕਾਂ ਨੇ ਵੋਟ ਤੇ ਪਾਈ ਸੀ ਵੀ ਬਦਲਾਅ ਹੋਏਗਾ, ਸਾਨੂੰ ਸਹੂਲਤ ਮਿਲੇਗੀ, ਸਾਨੂੰ ਕੋਈ ਫਾਇਦਾ ਹੋਏਗਾ। ਆਹ ਬਦਲਾਅ ਚ ਇਹਨਾਂ ਦੇ ਮੰਤਰੀ ਵੇਖ ਲਓ ਕੀ ਕਰਦੇ ਫਿਰਦੇ ਨੇ, ਵੀਡੀਓ ਇਹਨਾਂ ਦੀ ਆਊਟ ਹੋਣ ਦੀ। ਚਲੋ ਮੈਂ ਉੱਤੇ ਜਾਣਾ ਹੀ ਨਹੀਂ, ਆਪਾਂ ਰੇਤ ਦੀ ਗੱਲ ਕਰਨੀ। ਇਸ ਪਾਲਿਸੀ ਚ ਇਹ ਬਿਲਕੁਲ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ, ਔਰ ਇਹਦਾ ਨਤੀਜਾ ਆਗਾਮੀ ਇਹਨਾਂ ਨੂੰ ਜਿਹੜੇ ਕੌਂਸਲ ਇਲੈਕਸ਼ਨ ਆ ਉੱਥੇ, ਹਿਮਾਚਲ ਤੇ ਗੁਜਰਾਤ ਦੀ ਇਲੈਕਸ਼ਨ 'ਚ ਇਹਨਾਂ ਨੂੰ ਵੇਖਣਾ ਪੈ ਜਾਊਗਾ ਵੀ ਲੋਕਾਂ ਨੇ ਇਹਨਾਂ ਨੂੰ ਦੱਸ ਦੇਣਾ ਵੀ ਤੁਸੀਂ ਜਿਹੜੇ ਝੂਠ ਦੇ ਪੁਲੰਦੇ ਲੈ ਕੇ ਜਾਂਦੇ ਹੋ ਨਾ। ਸਾਡੇ ਇੱਥੇ ਕਹਿੰਦੇ ਅਸੀਂ ਆਟੋ ਵਾਲੇ ਦੇ ਕੋਲ ਬਹਿ ਗਏ ਤੇ ਕੀ ਮੈਂ ਚੀਮਾ ਸਾਹਿਬ ਨੂੰ ਲੈ ਆਵਾਂ ਤੇ ਕੀ ਮੈਂ ਉਹਨੂੰ ਲੈ ਆਵਾਂ। ਅੱਜ ਕੱਲ੍ਹ ਮੀਡੀਆ ਬੜਾ ਸਟਰੋਂਗ ਹੈ, ਨਾਲ ਹੀ ਉਹ ਗੁਜਰਾਤ ਜਾ ਕੇ ਵੀ ਉਹ ਡਰਾਮਾ ਕਰਦੇ ਨੇ ਤੇ ਨਾਲ ਦੇ ਨਾਲ ਵੀਡੀਓ ਦੱਸਦੇ ਨੇ ਵੀ ਸੇਮ ਤੁਸੀਂ ਯੂ ਆਰ ਰਿਪੀਟਿੰਗ ਸੇਮ ਟਾਈਪ ਆਫ ਡਾਇਲੌਗ। ਸੋ ਸੱਚ ਦੇ ਰਸਤੇ ਤੇ ਚੱਲਣਗੇ ਤੇ ਕਾਮਯਾਬ ਰਹਿਣਗੇ, ਨਹੀਂ ਤੇ ਇਹ ਬਹੁਤ ਬੁਰੀ ਤਰ੍ਹਾਂ ਸਰਕਾਰ ਫੇਲ ਹੋਊ। ਬਿਲਕੁਲ ਸਰ। ਅੱਛਾ ਪਰਮਵੀਰ ਜੀ, ਜੇ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਦੀ, ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਤੇ ਵੀ ਮਾਈਨਿੰਗ ਦਾ ਕੰਮ ਤਾਂ ਇਹੀ ਰਿਹਾ। ਪਿਛਲੇ ਲੰਬੇ ਸਾਲਾਂ ਤੋਂ ਇਹ ਕੁਛ ਹੋ ਰਿਹਾ ਕਿ ਮਾਈਨਿੰਗ, ਇਲੀਗਲ ਮਾਈਨਿੰਗ ਨੂੰ ਅਸੀਂ ਨੱਥ ਨਹੀਂ ਪਾ ਸਕੇ, ਚਾਹੇ ਜਿਹੜੀ ਮਰਜ਼ੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਗੱਠਜੋੜ ਦੀ ਸਰਕਾਰ ਹੋਵੇ। ਇਲੀਗਲ ਮਾਈਨਿੰਗ ਦੀ ਜਿਹੜੀ ਸ਼ੁਰੂਆਤ ਹੋਈ ਹੈ ਉਹ ਕਦੋਂ ਤੋਂ ਹੋਈ ਹੈ? ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਲੀਗਲ ਮਾਈਨਿੰਗ, ਜੋ ਰੇਤੇ ਨੂੰ ਕੰਟਰੋਲ ਕਰਨਾ, ਰੇਤੇ ਦੀ ਮਾਰਕੀਟ ਨੂੰ ਕੰਟਰੋਲ ਕਰਨਾ, ਇਹ ਕਦੋਂ ਤੋਂ ਸ਼ੁਰੂ ਹੋਇਆ? ਦੇਖੋ ਜੀ ਅਮਨਦੀਪ ਜੀ, ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਵੀ ਪੰਜਾਬ ਦੀ ਬੜੀ ਵੱਡੀ ਬਦਕਿਸਮਤੀ ਹੈ ਵੀ ਪੰਜਾਬ ਦੇ ਲੋਕਾਂ ਨੇ ਅੱਖਾਂ ਬੰਦ ਕਰਕੇ ਜਿਨ੍ਹਾਂ ਤੇ ਯਕੀਨ ਕੀਤਾ ਤੇ ਇਹਨਾਂ ਨੂੰ 92 MLA
ਚੁਣ ਕੇ ਜਿਹੜੇ ਪੰਜਾਬ ਨੇ ਭੇਜੇ, ਅੱਜ ਉਹ 92 ਐਮਐਲਏ ਦੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਆ ਵੀ ਉਹ ਕਿੱਥੇ ਹੈ, ਤੇ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਨਹੀਂ, ਉਹ ਸਾਰੇ ਲਾਰੇ ਲੱਗ ਰਹੇ ਨੇ। ਹੁਣ ਅਗਰ ਤੁਹਾਨੂੰ ਯਾਦ ਹੋਏਗਾ ਤੇ ਮਾਈਨਿੰਗ ਇੱਕ ਇਹੋ ਜਿਹਾ ਮੁੱਦਾ ਸੀ ਜਿਹਦੇ ਵਿੱਚ ਸੀਐਮ ਭਗਵੰਤ ਮਾਨ ਉੱਚੀ ਉੱਚੀ ਬਾਹਾਂ ਕਰਕੇ ਛੱਤਾਂ ਤੇ ਚੜ੍ਹ ਕੇ ਗੱਡੀਆਂ ਤੇ ਕਹਿੰਦੇ ਸੀ ਵੀ ਮਾਈਨਿੰਗ ਪਾਲਿਸੀ ਅਸੀਂ ਲਿਆਵਾਂਗੇ, ਆਂਦੇ ਸਾਰ 20,000 ਕਰੋੜ ਆ ਜਾਏਗਾ ਜੀ, ਅਸੀਂ ਇੱਥੋਂ ਇਕੱਠਾ ਕਰ ਲਾਂਗੇ, ਇਹ ਕਰ ਲਾਂਗੇ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਮਾਈਨਿੰਗ ਪਾਲਿਸੀ ਇੱਕ ਇਹ ਲੈ ਕੇ ਆਏ ਨੋਟੀਫਿਕੇਸ਼ਨ, ਜਿਹੜੀ ਕਿ 24/8/2022 ਨੂੰ ਆਈ। ਜੀ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਸੀ ਤਾਂ ਉਦੋਂ ਕਹਿੰਦੇ ਸੀ ਵੀ ਜਿਹੜੀ ਅਕਾਲੀ ਦਲ ਵੇਲੇ ਮਾਈਨਿੰਗ ਪਾਲਿਸੀ ਹੈ ਜੀ, ਲੋਕਾਂ ਨੂੰ ਲੁੱਟ ਲਿਆ ਜੀ, ਐ ਕਰਤਾ ਜੀ। ਤੁਸੀਂ ਇਹ ਅੱਗੇ ਜਾਣ ਕੇ ਹੈਰਾਨ ਹੋਵੋਗੇ ਵੀ ਜਿਹੜੀ 2013 ਦੇ ਵਿੱਚ ਮਾਈਨਿੰਗ ਪਾਲਿਸੀ ਬਣੀ ਸੀ, 6 ਮਹੀਨੇ ਬਾਅਦ ਇਹਨਾਂ ਨੇ ਉਹੀ ਮਾਈਨਿੰਗ ਪਾਲਿਸੀ ਦੁਬਾਰਾ ਲਿਆਂਦੀ ਹੈ। ਉਹਦੇ ਚ ਚੇਂਜ ਕੀ ਕੀਤਾ ਹੈ, ਜਿਹੜੀ ਅਕਾਲੀ ਦਲ ਵੇਲੇ ਲੋਕਾਂ ਨੂੰ ਰੇਤ ਸਸਤੀ 4 ਰੁਪਏ 80 ਪੈਸੇ ਕਿਊਬਿਕ ਫੁੱਟ ਮਿਲਦੀ ਸੀ, ਉਹ ਇਹਨਾਂ ਨੇ ਆਉਂਦੇ ਸਾਰ 9 ਰੁਪਏ ਕਰਤੀ ਜੀ। ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਪਾਲਿਸੀ ਕੱਢੀ ਉਹਦੇ ਵਿੱਚ ਇਹ ਕਹਿ ਰਹੇ ਸੀ ਵੀ ਜੀ ਅਸੀਂ ਸਾਫ਼ ਸੁਥਰੀ ਰਾਜਨੀਤੀ ਕਰਾਂਗੇ। ਇਹਨਾਂ ਨੇ ਇੱਕ ਗੁੰਡਾ ਟੈਕਸ ਜਿਹਨੂੰ ਮੈਂ ਕਹਾਂਗਾ, ਜਿਹੜਾ ਕਿ ਹਾਈ ਕੋਰਟ ਨੇ ਸਟੇ ਕਰਤਾ ਹੈ, ਇਹਨਾਂ ਨੇ ਉਹਦੇ ਵਿੱਚ ਕਹਿਤਾ ਜੀ ਵੀ ਜਿਹੜੇ ਟਰੱਕ ਜਾਂ ਟਰਾਲੀਆਂ ਰੇਤਾ ਲੈ ਕੇ ਦੂਸਰੇ ਪ੍ਰਦੇਸ਼ਾਂ ਤੋਂ ਅਗਰ ਪੰਜਾਬ ਦੇ ਵਿੱਚ ਆ ਰਹੇ ਹੈ ਤੇ ਅਸੀਂ 7 ਰੁਪਏ ਕਿਊਬਿਕ ਫੁੱਟ ਦੇ ਹਿਸਾਬ ਨਾਲ ਉਹਦੇ ਕੋਲੋਂ 7,000 ਰੁਪਇਆ ਟਰਾਲੀ ਦਾ ਲਵਾਂਗੇ। ਅਗਰ ਉਹਦੇ ਕੋਲ ਕਾਗਜ਼ ਹੋਣਗੇ ਤਾਂ ਅਸੀਂ ਉਹਦੇ ਕੋਲੋਂ ਪੈਸੇ ਨਹੀਂ ਲਵਾਂਗੇ। ਪਰ ਇਹਦੇ ਉਲਟ ਕੀ ਹੋਇਆ, 24 ਤਰੀਕ ਨੂੰ ਇਹ ਨੋਟੀਫਿਕੇਸ਼ਨ ਆਉਂਦੀ ਹੈ, 24/8 ਨੂੰ, ਤੇ 7/9 ਨੂੰ ਹਾਈ ਕੋਰਟ ਵੱਲੋਂ ਸਟੇ ਕਰ ਦਿੱਤਾ ਜਾਂਦਾ ਹੈ ਜੀ ਇਸੇ ਪਾਲਿਸੀ ਦੇ ਕਲੌਜ਼ ਨੂੰ। ਉਹਦੇ ਚ ਹੋ ਕੀ ਰਿਹਾ ਸੀ ਵੀ ਜਿਹੜੇ ਵਾਹੀਕਲਸ ਦੇ ਕੋਲ ਪ੍ਰੋਪਰ ਕਾਗਜ਼ ਵੀ ਹੁੰਦੇ ਸੀ, ਉਹਨਾਂ ਦੇ ਕੋਲੋਂ ਵੀ ਗੁੰਡਾ ਟੈਕਸ ਇੱਕ ਸ਼ੁਰੂਆਤ ਹੋ ਗਈ ਸੀ, ਜਿਹੜੀ ਕਿ ਆਮ ਆਦਮੀ ਪਾਰਟੀ ਨੇ ਲੈਣਾ ਸ਼ੁਰੂ ਕਰਤਾ ਸੀ। ਹੁਣ ਦੂਜਾ, ਤੁਸੀਂ ਇਹ ਇਹਨਾਂ ਕੋਲੋਂ ਪੁੱਛਣਾ ਚਾਹੀਦਾ ਮੀਡੀਆ ਨੂੰ। ਇਹ ਕਹਿ ਰਹੇ ਆ ਜੀ ਵੀ ਅਸੀਂ ਮਾਈਨਿੰਗ ਪਾਲਿਸੀ ਲੈ ਕੇ ਆਵਾਂਗੇ। ਮੇਰੇ 3 ਸਵਾਲ ਜਿਹੜੇ ਕਿ ਮੀਡੀਆ ਰਾਹੀਂ ਮੈਂ ਹਰੇਕ ਡਿਬੇਟ 'ਚ ਪੁੱਛਦਾ, ਪਰ ਜਿਹੜੀ ਡਿਬੇਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਆਉਂਦੇ, ਜਾਂ ਤਾਂ ਉਹ ਜਵਾਬ ਨਹੀਂ ਦਿੰਦੇ ਜਾਂ ਗੱਲ ਨੂੰ ਟਾਲ ਦਿੰਦੇ। ਦੇਖੋ, ਮਾਈਨਿੰਗ ਪਾਲਿਸੀ ਫਰੇਮ ਕਰਨ ਲਈ ਸਾਰਿਆਂ ਨਾਲੋਂ ਪਹਿਲਾਂ ਸਾਨੂੰ ਚਾਹੀਦਾ ਸਾਡਾ ਮਾਈਨਿੰਗ ਡਿਪਾਰਟਮੈਂਟ। ਜੀ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ, ਸੈਕਸ਼ਨ 52 ਆਫ ਦਾ ਐਕਟ ਜਿਹੜਾ ਮਾਈਨਿੰਗ ਹੈ ਰੂਲਸ ਨੇ 2013 ਦੇ, ਉਹ ਕਲੀਅਰ ਕਹਿੰਦਾ ਹੈ ਵੀ ਸਟੇਟ ਦੇ ਕੋਲ ਇੱਕ ਸਟੇਟ ਜਿਓਲੋਜਿਸਟ ਹੋਣਾ ਚਾਹੀਦਾ ਜੀ। ਫਿਰ ਉਸ ਤੋਂ ਬਾਅਦ ਮਾਈਨਿੰਗ ਲਈ ਜਿਹੜਾ ਸਾਰਿਆਂ ਨਾਲੋਂ ਪਹਿਲਾ ਕੰਮ ਹੁੰਦਾ ਉਹ ਹੁੰਦਾ ਡਿਸਟ੍ਰਿਕਟ ਸਰਵੇ ਰਿਪੋਰਟ। ਹਰੇਕ ਡਿਸਟ੍ਰਿਕਟ ਦੀ ਇੱਕ ਸਰਵੇ ਰਿਪੋਰਟ ਬਣਦੀ ਹੈ ਵੀ ਉਹਦੇ ਵਿੱਚ 3 ਫੇਸ ਹੁੰਦੇ ਨੇ। ਸਾਰਿਆਂ ਨਾਲੋਂ ਪਹਿਲਾ ਫੇਸ ਹੁੰਦਾ ਪ੍ਰੀ ਮੌਨਸੂਨ, ਇਨ ਦਾ ਟਾਈਮ ਆਫ ਮੌਨਸੂਨ ਤੇ ਪੋਸਟ ਮੌਨਸੂਨ, ਵੀ ਕਿੰਨਾ ਮਟੀਰੀਅਲ ਇਕੱਠਾ ਹੋਇਆ, ਕਿੰਨਾ ਤੁਸੀਂ ਮਾਈਨਿੰਗ ਲਈ ਯੂਜ਼ ਕਰ ਸਕਦੇ ਹੋ, ਤਾਂ ਕਿ ਜਿੱਥੋਂ ਦੀ ਤੁਸੀਂ ਮਾਈਨਿੰਗ ਕਰ ਰਹੇ ਹੋ ਉਹਦੇ ਨਾਲ ਦੇ ਆਲੇ ਦੁਆਲੇ ਸਰਾਊਂਡਿੰਗ ਏਰੀਆਸ ਨੂੰ ਕੋਈ ਖਤਰਾ ਨਾ ਹੋਵੇ ਹੜ੍ਹ ਦਾ, ਕੋਈ ਜਿਹੜੇ ਹੋਰ ਕਿਸੇ ਤਰੀਕੇ ਦਾ ਕੋਈ ਪਾੜ ਨਾ ਪਵੇ, ਵਾਟਰ ਰਿਸੋਰਸਿਸ ਨਾ ਖਰਾਬ ਹੋਣ। ਇਹਨਾਂ ਨੇ ਜਿਹੜੀ ਟੀਮ ਹਾਇਰ ਕੀਤੀ ਉਹ ਇਹਨਾਂ ਨੇ ਕੀਤੀ ਜੁਲਾਈ ਦੇ ਵਿੱਚ। ਜੀ ਜੁਲਾਈ ਦੇ ਵਿੱਚ ਟੀਮ ਹਾਇਰ ਕਰਕੇ ਤੇ ਇਹ ਕਹਿ ਰਹੇ ਆ ਜੀ ਵੀ ਅਸੀਂ ਡਿਸਟ੍ਰਿਕਟ ਸਰਵੇ ਰਿਪੋਰਟ, ਜਿਹੜੇ ਇਹਨਾਂ ਦੇ ਮੰਤਰੀ ਨੇ ਇੰਨਾ ਝੂਠ ਬੋਲਿਆ ਜੀ ਵੀ ਪਿਛਲੇ 20 ਸਾਲਾਂ ਤੋਂ ਡਿਸਟ੍ਰਿਕਟ ਸਰਵੇ ਰਿਪੋਰਟ ਹੀ ਨਹੀਂ ਬਣੀ, ਜਦ ਕਿ ਇਹਦੇ ਉਲਟ 2016 ਦੇ ਵਿੱਚ ਸੁਪਰੀਮ ਕੋਰਟ ਨੇ ਗਾਈਡਲਾਈਨਸ ਇਸ਼ੂ ਕੀਤੀਆਂ ਡਿਸਟ੍ਰਿਕਟ ਸਰਵੇ ਰਿਪੋਰਟ ਦੀਆਂ, ਔਰ ਅਕਾਲੀ ਦਲ ਵੇਲੇ 177 ਖੱਡਾਂ ਦੇ ਵਿੱਚੋਂ 166 ਜਾਂ 156 ਦੇ ਕਰੀਬ ਡਿਸਟ੍ਰਿਕਟ ਸਰਵੇ ਰਿਪੋਰਟ ਬਣੀਆਂ। ਉਹਨਾਂ ਡਿਸਟ੍ਰਿਕਟ ਸਰਵੇ ਰਿਪੋਰਟ ਦੇ ਉੱਪਰ ਈਸੀ ਇਸ਼ੂ ਹੋਈ, ਔਰ ਉਸੇ ਈਸੀ ਨੂੰ ਐਕਸਟੈਂਡ ਕਰਾਉਂਦੇ ਹੋਏ ਕਾਂਗਰਸ ਸਰਕਾਰ ਵੇਲੇ ਜਿਹੜੀ ਮਾਈਨਿੰਗ ਸੀ ਉਹ ਕੰਟੀਨਿਊ ਹੋਈ ਜੀ। ਹੁਣ ਤੁਸੀਂ ਇਹ ਦੇਖੋ, ਸਾਡੇ ਕੋਲ ਸਾਡਾ ਸਟੇਟ ਜਿਓਲੋਜਿਸਟ ਨਹੀਂ ਹੈਗਾ, ਸਾਡੇ ਕੋਲ ਸਾਡਾ ਮਾਈਨਿੰਗ ਡਿਪਾਰਟਮੈਂਟ ਨਹੀਂ ਹੈਗਾ, ਸਾਡੇ ਕੋਲ ਸਾਡੇ ਡੀਐਸਆਰ ਰਿਪੋਰਟ ਨਹੀਂ ਹੈਗੀਆਂ, ਤੇ ਸਰਕਾਰ ਨੇ ਕਿਹੜੀ ਮਾਈਨਿੰਗ ਪਾਲਿਸੀ ਲੈ ਕੇ ਆਏ ਨੇ ਜੀ। ਇਸ ਵੇਲੇ ਤਾਂ ਇਹ ਹਾਲ ਹੋਇਆ ਪਿਆ ਵੀ ਇਹ ਕਹਿੰਦੇ ਸੀ ਵੀ ਅਸੀਂ ਮਾਈਨਿੰਗ ਦਾ ਲੱਕ ਤੋੜਾਂਗੇ, ਇਹਨਾਂ ਨੇ ਲੱਕ ਤੋੜਿਆ ਆਮ ਲੋਕਾਂ ਦਾ। ਮੇਰੇ ਤੋਂ ਪਹਿਲਾਂ ਬਾਕੀ ਪ੍ਰਵਕਤਾ ਨੇ ਕਿਹਾ ਜਿਹੜੀ ਟਰਾਲੀ 2000 ਸੀ ਅੱਜ 9000 ਨੂੰ ਨਹੀਂ ਮਿਲ ਰਹੀ। ਔਰ ਸਵੇਰੇ ਸਾਡੇ ਜਿਹੜੇ ਮੰਤਰੀ ਨੇ, ਮਾਈਨਿੰਗ ਮੰਤਰੀ ਹਰਜੋਤ ਬੈਂਸ ਜੀ ਟੀਵੀ ਦੇ ਉੱਪਰ ਕਹਿੰਦੇ ਨੇ ਜੀ ਵੀ ਅਸੀਂ ਪੂਰੇ ਪੰਜਾਬ ਦੇ ਵਿੱਚ ਮਾਈਨਿੰਗ ਰੋਕਤੀ ਹੈ, ਤੇ ਸ਼ਾਮ ਨੂੰ ਤੁਹਾਡੇ ਵਰਗੇ ਜਿਹੜੇ ਚੈਨਲ ਨੇ ਜਿਹੜਾ ਸੱਚ ਦਿਖਾਣਾ ਚਾਹੁੰਦੇ, ਸ਼ਾਮ ਨੂੰ ਉਹਨਾਂ ਦੇ ਹਲਕੇ ਦੇ ਵਿੱਚ ਇਲੀਗਲ ਮਾਈਨਿੰਗ ਹੁੰਦੀ ਦੀ ਵੀਡੀਓ ਆ ਜਾਂਦੀ ਹੈ ਜੀ। ਇਹਨਾਂ ਨੇ ਲੱਕ ਤੋੜਿਆ। ਫਾਜ਼ਿਲਕਾ ਦੇ ਵਿੱਚ ਅਸੀਂ ਕਹਿੰਦੇ ਜੀ ਅਸੀਂ ਪੰਜਾਬ ਦੇ ਵਿੱਚ ਮਾਈਨਿੰਗ ਇਲੀਗਲ ਮਾਈਨਿੰਗ ਬੰਦ ਕਰਤੀ। ਇੱਕ ਗਰੀਬ ਪਰਿਵਾਰ ਆਪਣੇ ਖੇਤਾਂ ਚੋਂ 5 ਕਿਲੋ ਰੇਤਾ ਆਪਣੇ ਲਿਫਾਫੇ 'ਚ ਪਾ ਕੇ ਘਰ ਦੀ ਰਿਪੇਅਰ ਲਈ ਲੈ ਕੇ ਆ ਰਿਹਾ ਸੀ, ਉਹਦੇ ਤੇ ਪਰਚਾ ਕਰ ਦਿੱਤਾ ਗਿਆ ਇਲੀਗਲ ਮਾਈਨਿੰਗ ਦਾ ਜੀ, ਵੀ ਇਹਦੇ ਲਿਫਾਫੇ 'ਚੋਂ 5 ਕਿਲੋ ਰੇਤਾ ਤੇ ਜੇਬ 'ਚੋਂ 100 ਰੁਪਇਆ ਨਿਕਲਿਆ। ਆ ਇਹਨਾਂ ਨੇ ਮਾਈਨਿੰਗ ਦਾ, ਇਲੀਗਲ ਮਾਈਨਿੰਗ ਦਾ ਲੱਕ ਤੋੜਿਆ ਜੀ। ਜਦੋਂ ਅਸੀਂ ਇਹਨਾਂ ਕੋਲੋਂ ਇਹ ਕੁਐਸਚਨ ਪੁੱਛਦੇ ਹਾਂ ਵੀ ਤੁਸੀਂ ਮਾਈਨਿੰਗ ਪਾਲਿਸੀ ਲੈ ਕੇ ਆਏ ਹੋ, ਕਿੱਥੇ ਤੁਹਾਡਾ ਡਿਪਾਰਟਮੈਂਟ, ਕੀ ਤੁਸੀਂ ਰਿਕਰੂਟਮੈਂਟ ਕੀਤੀ ਹੈ,
ਫਿਰ ਉਸ ਤੋਂ ਬਾਅਦ ਦੇਖੋ ਏਡੀ ਹਾਸੋਹੀਣਾ ਗੱਲ ਹੈ ਜਿਹੜੀ ਇਹਨਾਂ ਨੇ ਕੀਤੀ ਹੈ 5/9/22 ਨੂੰ, ਇੱਕ ਇਹਨਾਂ ਨੇ ਚਿੱਠੀ ਇਸ਼ੂ ਕਰਤੀ ਜਿਹੜੀ ਕਿ ਲਾਅ ਦੇ ਬਿਲਕੁਲ ਅਗੇਂਸਟ ਹੈ। ਇਹਨਾਂ ਨੇ ਕੀ ਕੀਤਾ ਜੀ, ਵੀ ਜਿਹੜੇ ਐਕਸੀਅਨ ਸੀ ਇਰੀਗੇਸ਼ਨ ਡਿਪਾਰਟਮੈਂਟ ਦੇ, ਉਹਨਾਂ ਨੂੰ ਮਾਈਨਿੰਗ ਆਫੀਸਰ ਬਣਾ ਕੇ ਇੰਚਾਰਜ ਲਾਤਾ ਮਾਈਨਸ ਦੇ ਉੱਪਰ, ਵੀ ਤੁਹਾਡੀ ਦੇਖ ਰੇਖ ਦੇ ਵਿੱਚ ਜਿਹੜਾ ਮਿਨਰਲ ਹੈ ਉਹ ਉੱਥੋਂ ਕੱਢਿਆ ਜਾਏਗਾ। ਜਦ ਕਿ ਸੁਪਰੀਮ ਕੋਰਟ ਤੇ ਐਕਟ ਕਲੀਅਰਲੀ ਕਹਿੰਦਾ ਹੈ ਵੀ ਜਿਹੜਾ ਮਾਈਨਿੰਗ ਆਫੀਸਰ ਹੋਏਗਾ ਜਾਂ ਤਾਂ ਉਹ ਜਿਓਲੋਜੀ ਦਾ ਡਿਗਰੀ ਹੋਲਡਰ ਹੋਵੇ, ਜਾਂ ਉਹਦੇ ਕੋਲ ਸਾਇੰਟੀਫਿਕ ਰਿਸਰਚ ਦਾ ਡਿਪਲੋਮਾ ਹੋਵੇ 3 ਸਾਲ ਦਾ, ਜਾਂ ਉਹ ਐਕਸਪਰਟ ਹੋਵੇ ਇਨ ਮਾਈਨਸ ਐਂਡ ਮਿਨਰਲਸ ਦੇ ਵਿੱਚ। ਦੇਖੋ ਸਾਰੀਆਂ ਚੀਜ਼ਾਂ ਨੂੰ ਛਿੱਕੇ ਟੰਗ ਕੇ ਲਾਅ ਨੂੰ ਤੁਸੀਂ ਮੰਨਦੇ ਨਹੀਂ, ਸੁਪਰੀਮ ਕੋਰਟ ਦੀ ਗਾਈਡਲਾਈਨਸ ਨੂੰ ਤੁਸੀਂ ਮੰਨਦੇ ਨਹੀਂ, ਸ਼੍ਰੋਮਣੀ ਅਕਾਲੀ ਦਲ ਦੀ ਪਾਲਿਸੀ ਤੁਸੀਂ ਐਜ਼ ਇਟ ਇਜ਼ ਲਾਗੂ ਕਰ ਰਹੇ ਹੋ। ਉਹ ਪਾਲਿਸੀ ਦੇ ਵਿੱਚ ਤੁਸੀਂ ਹਾਹਾਕਾਰ ਪਾਉਂਦੇ ਸੀ ਜੀ ਵੀ ਪੰਜਾਬ ਦੇ ਲੋਕਾਂ ਨਾਲ ਧੋਖਾ ਹੋ ਰਿਹਾ ਹੈ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਵੇਲੇ ਨੇਤਾ 4 ਰੁਪਏ 80 ਪੈਸੇ ਮਿਲ ਰਿਹਾ ਸੀ, ਤੁਸੀਂ ਆ ਕੇ 9 ਰੁਪਇਆ ਕਰਤਾ। ਤੁਸੀਂ ਲੋਕਾਂ ਨੂੰ ਦੇਣਾ ਕੀ ਚਾਹੁੰਦੇ ਹੋ? ਸਿਰਫ ਇਹਨਾਂ ਨੇ ਲੋਕਾਂ ਨੂੰ ਦਿੱਤਾ ਧੋਖਾ। ਅੱਜ ਅਗਰ ਹਰੇਕ ਡਿਬੇਟ ਦੇ ਵਿੱਚ ਕੁਰਸੀ ਖਾਲੀ ਮਿਲ ਰਹੀ ਹੈ, ਉਹ ਉਸ ਚੀਜ਼ ਦਾ ਸਬੂਤ ਹੈ ਵੀ ਇਹਨਾਂ ਨੇ ਲੋਕਾਂ ਨੂੰ ਝੂਠ ਬੋਲ ਕੇ ਲਾਰੇ ਲਾ ਕੇ ਸਰਕਾਰ ਬਣਾਈ ਹੈ। ਤੇ ਜਿਹੜੇ ਹੁਣ ਲੋਕ ਇਹਨਾਂ ਦੇ ਕੋਲੋਂ, ਚਾਹੇ ਪੋਲੀਟੀਕਲ ਪਾਰਟੀਆਂ ਲੈ ਲਓ ਜਾਂ ਮੀਡੀਆ ਪਰਸਨ ਲੈ ਲਓ, ਜਦੋਂ ਇਹਨਾਂ ਕੋਲੋਂ ਕੁਐਸਚਨ ਪੁੱਛਦੇ ਆ ਉਹਨਾਂ ਦਾ ਇਹਨਾਂ ਕੋਲ ਜਵਾਬ ਨਹੀਂ ਹੁੰਦਾ। ਤੇ ਪਿਛਲੇ 1-1.5 ਮਹੀਨੇ ਤੋਂ ਤੁਹਾਨੂੰ ਕਿਸੇ ਟੀਵੀ ਚੈਨਲ ਤੇ ਇਹ ਨਹੀਂ ਮਿਲਣਗੇ, ਪਰ ਇਹਨਾਂ ਦੇ ਨਾਮ ਦੀ ਇੱਕ ਕੁਰਸੀ ਖਾਲੀ ਮਿਲੇਗੀ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਲੋਕ ਪਰੇਸ਼ਾਨ ਹੋ ਰਹੇ ਹੈ, ਚਾਹੇ ਮਾਈਨਿੰਗ ਦਾ ਹੋਵੇ ਚਾਹੇ ਹੋਰ ਸਹੂਲਤਾਂ ਦਾ ਹੋਣ, 1000 ਰੁਪਏ ਦੀ ਗੱਲ ਅੱਜ ਤੱਕ ਔਰਤਾਂ ਉਡੀਕ ਰਹੀਆਂ। ਤੇ ਮੈਨੂੰ ਲੱਗਦਾ ਆਉਣ ਵਾਲੇ ਕਾਰਪੋਰੇਸ਼ਨ ਜਿਹੜਾ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਜਿਹੜੀਆਂ ਵੀ ਚੋਣਾਂ ਹੋਣਗੀਆਂ ਉਹਦੇ ਵਿੱਚ ਵੀ ਇਹਨਾਂ ਦੇ ਡੱਬੇ ਹੁਣ ਖਾਲੀ ਨਜ਼ਰ ਆਣੇ ਆ। ਤਾਂ ਇਸ ਕਰਕੇ ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ ਵੀ ਹੁਣ ਇਹਨਾਂ ਦੇ ਕਹੇ ਭੁੱਲ ਭੁਲੇਖੇ ਇਹਨਾਂ ਦੇ ਜਾਲ ਦੇ ਵਿੱਚ ਨਾ ਫਸਣਾ। 6 ਮਹੀਨੇ ਦੇ ਵਿੱਚ ਇਹਨਾਂ ਨੇ 15,000 ਕਰੋੜ ਦਾ ਕਰਜ਼ਾ ਲੈ ਕੇ ਪੰਜਾਬ ਨੂੰ ਬਰਬਾਦੀ ਦੀ ਔਰ ਲੈ ਕੇ ਜਾ ਰਹੇ ਆ, ਔਰ ਮਾਈਨਿੰਗ ਪਾਲਿਸੀ ਹਾਲੇ ਤੱਕ ਇਹਨਾਂ ਕੋਲੋਂ ਫਾਈਨਲ ਨਹੀਂ ਹੋਈ। ਇਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦਾ ਪੈਸਾ ਲੁੱਟ ਕੇ ਹਿਮਾਚਲ ਤੇ ਗੁਜਰਾਤ ਦੀਆਂ ਇਲੈਕਸ਼ਨਾਂ ਚਲਾਣਾ। ਤੇ ਜਿਹੜਾ ਕਿ ਸਾਡੇ ਆਪਣੇ ਸੀਐਮ ਸਾਹਿਬ ਭਗਵੰਤ ਮਾਨ ਜੀ ਹੈ, ਜਿਹੜਾ ਤੰਜ ਕੱਸਦੇ ਹੁੰਦੇ ਸੀ ਵੀ ਹੈਲੀਕਾਪਟਰ ਨੂੰ ਝੂਟਾ ਬਣਾਇਆ ਪਿਆ, ਉਹ ਅੱਜ ਗੱਲ ਉਹਨਾਂ ਤੇ ਲਾਗੂ ਹੋ ਰਹੀ ਹੈ। 45 ਲੱਖ ਰੁਪਈਆ ਪੰਜਾਬ ਦਾ ਲੁੱਟ ਕੇ ਸਿਰਫ ਹੈਲੀਕਾਪਟਰ ਦੀਆਂ ਸੈਰਾਂ ਦੇ ਉੱਪਰ ਗੁਜਰਾਤ ਤੇ ਹਿਮਾਚਲ 'ਚ ਕੇਜਰੀਵਾਲ ਸਾਹਿਬ ਨੂੰ ਬਿਠਾ ਕੇ ਲੈ ਕੇ ਜਾਇਆ ਜਾ ਰਿਹਾ। ਔਰ ਪੰਜਾਬ ਦੇ ਲੋਕਾਂ ਦਾ ਜਿਹੜਾ ਪੈਸਾ, ਜਿਹੜਾ ਕਿ ਪੰਜਾਬ ਦੇ ਲੋਕਾਂ ਤੇ ਖਰਚ ਹੋਣਾ ਚਾਹੀਦਾ ਸੀ, ਉਹਦੀ ਪਬਲਿਸਿਟੀ ਕਰਨ ਲਈ ਕਰੋੜਾਂ ਰੁਪਈਆ ਹਿਮਾਚਲ ਤੇ ਪੰਜਾਬ ਦੇ ਵਿੱਚ ਵਰਤਿਆ ਜਾ ਰਿਹਾ। ਜੀ ਸਰ, ਇੱਕ ਚੀਜ਼ ਤਾਂ ਸਾਹਮਣੇ ਆਉਂਦੀ ਆ ਬਿਲਕੁਲ ਕਿ ਸਰਕਾਰ ਦਾ ਫੇਲੀਅਰ ਹੈ, ਕਿਉਂਕਿ ਸਰਕਾਰ ਹਜੇ ਤੱਕ ਇਹ ਚੀਜ਼ ਕੰਟਰੋਲ ਨਹੀਂ ਕਰ ਪਾਈ। ਜੋ ਦਾਅਵੇ ਸੀ ਉਹਨਾਂ ਨੇ ਕੀਤੇ, ਉਹ ਦਾਅਵਿਆਂ ਤੇ ਖਰਾ ਨਹੀਂ ਉਤਰ ਪਾਈ ਸਰਕਾਰ। ਹਜੇ ਵੀ ਲੋਕਾਂ ਨੂੰ ਰੇਤਾ ਸਸਤਾ ਨਹੀਂ ਮਿਲ ਰਿਹਾ, ਔਰ ਕਈ ਜਗ੍ਹਾ ਤਾਂ ਮਿਲ ਹੀ ਨਹੀਂ ਰਿਹਾ, ਅਵੇਲੇਬਿਲਟੀ ਹੀ ਨਹੀਂ ਹੈ। ਔਰ ਜੇ ਇਹ ਹੋ ਰਿਹਾ ਸਭ ਕੁਝ, ਇਹ ਤਾਂ ਚਲੋ ਸਰਕਾਰ 6 ਮਹੀਨੇ ਤੋਂ ਇਹ ਸਰਕਾਰ ਦੇ ਵਿੱਚ ਆਏ ਆ, ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਵੀ ਰਹੀ ਹੈ, ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ। ਪਰ ਸਰਕਾਰਾਂ ਤੋਂ ਇਲਾਵਾ ਇੱਕ ਤਾਂ ਸਰਕਾਰ ਹੈ ਜਿਹਨੇ ਕੰਟਰੋਲ ਕਰਨਾ, ਜਿਹਨੇ ਦੱਸਣਾ ਕਿ ਇਹ ਕੰਮ ਗਲਤ ਹੋ ਰਿਹਾ, ਇਹਨੂੰ ਠੀਕ ਕਰਨਾ। ਉਹ ਤੋਂ ਇਲਾਵਾ ਜਿਹੜੀ ਬਿਊਰੋਕ੍ਰੇਸੀ ਆ, ਜਿਹੜੇ ਆਫੀਸ਼ੀਅਲਸ ਹੈਗੇ ਆ, ਉਹਨਾਂ ਦਾ ਕਿਹੋ ਜਿਹਾ ਨੈਕਸਸ ਬਣਿਆ ਹੋਇਆ ਕਿ ਇੱਕ ਇਲੀਗਲ ਮਾਈਨਿੰਗ ਦੇ ਵੇਲੇ ਟਰੱਕਾਂ ਦੇ ਟਰੱਕ ਭਰ ਕੇ ਜਾਂਦੇ ਆ, ਪਰ ਉਹ ਫੜੇ ਨਹੀਂ ਜਾਂਦੇ, ਉਹ ਟਰੈਕ ਹੀ ਨਹੀਂ ਹੋ ਪਾਉਂਦੇ। ਉਹ ਨੈਕਸਸ ਕਿੱਥੋਂ ਸ਼ੁਰੂ ਹੋਇਆ ਹੋਇਆ, ਕੀ ਬਣਿਆ ਹੋਇਆ ਉਹਦੇ ਵਿੱਚ, ਤੇ ਕਿਵੇਂ ਤੋੜਿਆ ਜਾ ਸਕਦਾ ਉਹਨੂੰ? ਦੇਖੋ ਅਮਨਦੀਪ ਜੀ, ਤੁਸੀਂ ਬੜਾ ਵਧੀਆ ਕੁਐਸਚਨ ਪੁੱਛਿਆ। ਦੇਖੋ ਇਹਦਾ ਜਵਾਬ ਸਰਕਾਰ ਦੇ ਕੋਲ ਹੈ, ਪਰ ਸਰਕਾਰ ਦੀ ਨੀਅਤ ਨਹੀਂ ਹੈ। ਮੈਂ ਪਹਿਲਾਂ ਤੁਹਾਨੂੰ ਦੱਸਿਆ ਇੱਕ ਡਿਸਟ੍ਰਿਕਟ ਸਰਵੇ ਰਿਪੋਰਟ ਹੁੰਦੀ ਹੈ। ਜਦੋਂ ਇੱਕ ਡਿਸਟ੍ਰਿਕਟ ਸਰਵੇ ਰਿਪੋਰਟ ਸਾਇੰਟੀਫਿਕ ਤਰੀਕੇ ਨਾਲ ਤਿਆਰ ਹੋ ਜਾਂਦੀ ਹੈ, ਵੀ ਅਗਰ ਮੈਂ ਐਗਜ਼ਾਮਪਲ ਦਿੰਨਾ ਵੀ A ਜਗ੍ਹਾ ਤੇ 10 ਕਿਲੋ ਰੇਤਾ ਪਿਆ, B ਤੇ 10 ਕਿਲੋ ਪਿਆ, C ਤੇ 10 ਕਿਲੋ ਪਿਆ, ਜਦੋਂ ਸਰਕਾਰ ਦੇ ਕੋਲ ਉਹ ਡਾਟਾ ਹੋਏਗਾ, ਸਰਕਾਰ ਦੇ ਕੋਲ ਆਪਣਾ ਸਟੇਟ ਜਿਓਲੋਜਿਸਟ ਹੋਏਗਾ, ਸਰਕਾਰ ਦੇ ਕੋਲ ਆਪਣਾ ਡਿਪਾਰਟਮੈਂਟ ਹੋਏਗਾ, ਤੇ ਸਰਕਾਰ ਨੂੰ ਇਹ ਡਾਟਾ ਵੀ ਪਤਾ ਹੋਏਗਾ ਵੀ A ਜਗ੍ਹਾ ਤੋਂ ਕਿੰਨਾ ਰੇਤਾ ਚੱਕਿਆ ਜਾ ਰਿਹਾ ਸਰਕਾਰੀ ਤੌਰ ਤੇ, B ਤੋਂ ਕਿੰਨਾ ਚੱਕਿਆ ਜਾ ਰਿਹਾ ਤੇ C ਤੋਂ ਕਿੰਨਾ ਚੱਕਿਆ ਜਾ ਰਿਹਾ। ਬਟ ਜਦ ਸਾਡੇ ਕੋਲ ਡਿਪਾਰਟਮੈਂਟ ਹੀ ਨਹੀਂ ਹੈਗਾ, ਜਦ ਸਾਡੇ ਕੋਲ ਸਟੇਟ ਜਿਓਲੋਜਿਸਟ ਨਹੀਂ ਹੈਗਾ, ਸਾਡੇ ਕੋਲ ਟੀਮ ਨਹੀਂ ਹੈਗੀ, ਔਰ ਪਿਛਲੇ 5 ਮਹੀਨਿਆਂ ਦੇ ਵਿੱਚ ਰੇਤ ਦੇ ਜਿਹੜੇ ਰੇਟ ਹੈ, ਅਸਮਾਨ, ਮੈਂ ਕਹਿੰਦਾ ਸੋਨੇ ਨਾਲੋਂ ਵੀ ਮਹਿੰਗੇ ਹੋ ਰਹੇ ਆ। ਕਿਉਂ ਹੋ ਰਹੇ ਆ? ਕਿਉਂਕਿ ਸਰਕਾਰ ਨੂੰ ਪਤਾ ਹੀ ਨਹੀਂ ਵੀ ਕੀ ਕਰਨਾ ਹੈ। ਨਾ ਤਾਂ ਸਰਕਾਰ ਨੇ ਕੋਈ ਡਾਟਾ ਅਚੀਵ ਕੀਤਾ ਹੈ, ਨਾ ਹੀ ਸਰਕਾਰ ਨੇ ਕੋਈ ਇੰਡੀਪੈਂਡੈਂਟ ਮਾਈਨਿੰਗ ਡਿਪਾਰਟਮੈਂਟ ਲਈ ਕੋਈ ਰਿਕਰੂਟਮੈਂਟ ਕੀਤੀ ਹੈ, ਕੋਈ ਹਾਇਰ ਕੀਤੇ ਹੈ। ਔਰ ਇਹ ਪਹਿਲੀ ਸਰਕਾਰ ਹੈ ਜਿਹਦੇ ਵਿੱਚ ਆਪਣਾ ਸਟੇਟ ਜਿਓਲੋਜਿਸਟ ਨਹੀਂ ਹੈਗਾ, ਔਰ ਅਗਰ ਕੋਈ ਜਿਓਲੋਜਿਸਟ ਹੈ ਵੀ ਹੈ ਤੇ ਉਹਨੂੰ ਅੱਖਾਂ ਪਰੋਖੇ ਕੀਤਾ ਹੋਇਆ। ਤੇ ਜਿਹੜੀ ਟੀਮ ਹਾਇਰ ਕੀਤੀ ਹੋਈ ਹੈ ਪ੍ਰਾਈਵੇਟ ਪਲੇਅਰਸ ਦੀ ਜਿਹੜੀ ਟੀਮ ਹਾਇਰ ਕੀਤੀ ਹੋਈ ਹੈ, ਉਹਨਾਂ ਨੂੰ ਕਿਹਾ ਹੋਇਆ ਵੀ ਤੁਸੀਂ ਆਪਦੇ ਲੈਵਲ ਤੇ ਰਿਪੋਰਟ ਤਿਆਰ ਕਰਾਓ।
ਹੁਣ ਦੇਖੋ ਜੀ ਜਿਨ੍ਹਾਂ ਨੇ ਲੱਖਾਂ ਕਰੋੜਾਂ ਪ੍ਰਾਈਵੇਟ ਪਲੇਅਰਸ ਨੇ ਇਨਵੈਸਟ ਕਰਨਾ ਹੈ, ਕੀ ਤੁਹਾਨੂੰ ਲੱਗਦਾ ਹੈ ਵੀ ਉਹ ਲੋਕਾਂ ਦੀ ਭਲਾਈ ਲਈ ਸਹੀ ਰਿਪੋਰਟ ਤਿਆਰ ਕਰਨਗੇ? ਉਹਨਾਂ ਨੇ ਤਾਂ ਜਿਹੜੀ ਇਨਵੈਸਟਮੈਂਟ ਕੀਤੀ ਹੈ ਉਹਨਾਂ ਨੇ ਉਸ ਹਿਸਾਬ ਨਾਲ ਰਿਪੋਰਟ ਤਿਆਰ ਕਰਨੀ ਹੈ ਵੀ ਉਹਨਾਂ ਦਾ ਜਿਹੜਾ ਪੈਸਾ ਲੱਗਿਆ ਉਹ ਵੀ ਉਹ ਵਸੂਲ ਲੈਣ ਤੇ ਜਿਹੜਾ ਪ੍ਰੋਫਿਟ ਹੈਗਾ ਉਹ ਵੀ ਹੋ ਜਾਵੇ। ਇਸ ਕਰਕੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਡੇ ਵੱਲੋਂ, ਪੰਜਾਬ ਦੇ ਲੋਕਾਂ ਵੱਲੋਂ ਵੀ ਪਹਿਲਾਂ ਤੁਸੀਂ ਅਗਰ ਪਾਲਿਸੀ ਤਿਆਰ ਕਰਨੀ ਹੈ ਤੇ ਉਹਦੇ ਬੇਸਿਕ ਸਮਝੋ, ਤੁਸੀਂ ਡਾਟਾ ਕਲੈਕਟ ਕਰੋ, ਤੁਸੀਂ ਉਹਦੇ ਲਈ ਸਟਾਫ ਹਾਇਰ ਕਰੋ। ਪਰ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਹੈ ਜਿਹੜੀ ਇਹਦੇ ਤੇ ਕੋਈ ਸੰਵੇਦਨਸ਼ੀਲ ਹੈ, ਕਿਉਂਕਿ ਦਿੱਲੀ ਤੋਂ ਜੋ ਇਹਨਾਂ ਨੂੰ ਆਰਡਰ ਹੁੰਦੇ ਆ ਉਹ ਇਹਨਾਂ ਨੂੰ ਇਨ ਬਿਨ ਮੰਨਣੇ ਪੈਣੇ ਆ। ਤੇ ਇਹ ਜਿਹੜੇ ਪ੍ਰਾਈਵੇਟ ਪਲੇਅਰਸ ਹੈ, ਪ੍ਰਾਈਵੇਟ ਪਲੇਅਰਸ ਕੌਣ ਨੇ ਇਹ ਤੁਹਾਨੂੰ ਪਤਾ ਲੱਗ ਜਾਏਗਾ ਆਉਣ ਵਾਲੇ ਦਿਨਾਂ 'ਚ। ਇਹ ਉਹੀ ਨੇ ਜਿਹੜੇ ਦਿੱਲੀ ਗਵਰਨਮੈਂਟ ਨੂੰ ਫਾਈਨੈਂਸ ਕਰਦੇ ਸੀ ਤੇ ਹੁਣ ਪੰਜਾਬ ਦਾ ਪੈਸਾ ਲੁੱਟ ਕੇ ਆਮ ਆਦਮੀ ਪਾਰਟੀ ਨੂੰ ਹਿਮਾਚਲ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਫਾਈਨੈਂਸ ਇਹਨਾਂ ਦੇ ਥਰੂ ਹੋ ਰਿਹਾ। ਚਾਹੇ ਤੁਸੀਂ ਇਹਨਾਂ ਦੀ ਐਕਸਾਈਜ਼ ਪਾਲਿਸੀ ਲੈ ਲਓ, 2% ਤੋਂ ਸ਼ੇਅਰ ਵਧਾ ਕੇ 12% ਕਰਤਾ, ਕਿਹਨਾਂ ਦਾ ਕੀਤਾ? ਪ੍ਰਾਈਵੇਟ ਪਲੇਅਰਸ ਦਾ ਕੀਤਾ। ਘਾਟਾ ਕਿਹਨੂੰ ਪੈ ਰਿਹਾ? ਸਰਕਾਰ ਨੂੰ ਪੈ ਰਿਹਾ। ਦੇਖੋ ਹਰੇਕ ਚੀਜ਼ ਦੇ ਵਿੱਚ ਹਰ ਦਿਨ ਇਹ ਸਾਫ਼ ਹੋ ਰਿਹਾ ਵੀ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਥਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਤਾਂ ਇਹ ਉਦੋਂ ਹੀ ਰੁਕ ਸਕਦਾ ਹੈ ਜਦੋਂ ਸਰਕਾਰ ਡਾਟਾ ਕਲੈਕਟ ਕਰੇ, ਸਰਕਾਰ ਕੋਲ ਡਾਟਾ ਹੋਵੇ, ਤਾਂ ਕਿ ਹਰ ਮਹੀਨੇ ਇਹਨਾਂ ਨੂੰ ਪਤਾ ਲੱਗਦਾ ਰਹੇ ਵੀ ਸਾਡੇ ਮਿਨਰਲਸ ਕਿੰਨੇ ਘਟ ਰਹੇ ਨੇ, ਕਿੱਥੇ ਵੱਧ ਰਹੇ ਨੇ, ਕਿੱਥੋਂ ਮਾਈਨਿੰਗ ਕਰਵਾਈ ਜਾ ਸਕਦੀ ਹੈ, ਕਿੱਥੇ ਮਾਈਨਿੰਗ ਰੋਕਣ ਦੀ ਲੋੜ ਹੈ। ਉਹ ਸਿਰਫ ਸਾਇੰਟੀਫਿਕ ਵੇ ਨਾਲ ਹੋ ਸਕਦਾ ਹੈ, ਪਰ ਜੀ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਇਹਦੇ ਵੱਲ ਕੋਈ ਧਿਆਨ ਦੇਗੀ। ਜੀ ਨਰਿੰਦਰ ਸੰਧੂ ਜੀ, ਇੱਕ ਚੀਜ਼ ਯਾਦ ਆ ਰਹੀ ਸੀ ਮੈਨੂੰ ਕਿ ਚੋਣਾਂ ਤੋਂ ਠੀਕ ਪਹਿਲਾਂ ਰਾਘਵ ਚੱਡਾ ਪੰਜਾਬ ਆਉਂਦੇ ਆ ਤੇ ਉਹ ਉਸ ਥਾਂ ਤੇ ਜਾਂਦੇ ਆ, ਇੱਕ ਮਾਈਨਿੰਗ ਵਾਲੀ ਜਗ੍ਹਾ ਤੇ ਜਾਂਦੇ ਆ ਤੇ ਉਹ ਦੱਸਦੇ ਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਵਿੱਚ ਮਾਈਨਿੰਗ ਹੋ ਰਹੀ ਆ ਔਰ ਇਲੀਗਲ ਮਾਈਨਿੰਗ ਹੋ ਰਹੀ ਆ। ਪੂਰੇ ਮੀਡੀਆ ਨੂੰ ਉਹ ਲੈ ਕੇ ਜਾਂਦੇ ਆ ਨਾਲ, ਤੇ ਉਹਨਾਂ ਹੀ ਜਗ੍ਹਾਵਾਂ ਤੇ ਹੁਣ ਵੀ ਮਾਈਨਿੰਗ ਹੋ ਰਹੀ ਹੋਊਗੀ ਜਾਂ ਨਹੀਂ ਹੋ ਰਹੀ ਹੋਊਗੀ ਇਹ ਹਜੇ ਕੋਈ ਦਾਅਵਾ ਕਰਨਾ ਮੁਸ਼ਕਿਲ ਹੈ। ਪਰ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਹਜੇ ਤੱਕ ਨਹੀਂ ਰੁਕੀ। ਤੇ ਜਿਹੜਾ ਇਹ ਨੈਕਸਸ ਹੈ ਜਿਹਦੀ ਆਪਾਂ ਹੁਣੇ ਗੱਲ ਕੀਤੀ, ਜਿਹਦੇ ਵਿੱਚ ਆਫਿਸਰਸ ਵੀ ਸ਼ਾਮਿਲ ਹੈ, ਜਿਹਦੇ ਵਿੱਚ ਇਲੀਗਲ ਲੋਕ ਵੀ ਸ਼ਾਮਿਲ ਹੈ ਜਿਹੜੇ ਇਲੀਗਲ ਮਨੀ ਕਮਾਉਂਦੇ ਆ ਇਹਦੇ ਤੋਂ, ਤੇ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਤੇ ਕਈ ਜਗ੍ਹਾ ਇੱਕ ਵਾਰੀ ਇਹ ਵੀ ਪਤਾ ਲੱਗਿਆ, ਖਬਰਾਂ ਇਹ ਵੀ ਆਈਆਂ ਕਿ ਕੁਝ ਆਫਿਸਰਸ ਤੇ ਆਫੀਸ਼ੀਅਲਸ ਤੇ ਕਾਰਵਾਈ ਵੀ ਹੋਈ ਹੈ, ਕਿਸੇ ਨੂੰ ਸਸਪੈਂਡ ਵੀ ਕੀਤਾ, ਕਿਸੇ ਐਕਸ਼ਨ ਲੈਵਲ ਦੇ ਅਧਿਕਾਰੀ ਨੂੰ। ਤੇ ਕੀ ਉਹਦੇ ਨਾਲ ਕੋਈ ਫਰਕ ਪਊਗਾ ਜੇ ਆਫਿਸਰਸ ਤੇ ਕਾਰਵਾਈ ਕੀਤੀ ਜਾਊਗੀ, ਜਾਂ ਜਿਹੜੇ ਬਿਜ਼ਨਸਮੈਨ ਹੈਗੇ ਆ ਜਿਹੜੇ ਇਲੀਗਲ ਤਰੀਕੇ ਨਾਲ ਇਹਨਾਂ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੈ, ਉਹਨਾਂ ਤੇ ਕਾਰਵਾਈ, ਉਹਨਾਂ ਤੇ ਸ਼ਿਕੰਜਾ ਕਿਵੇਂ ਕੱਸਿਆ ਜਾਵੇ? ਅਮਨਦੀਪ ਜੀ, ਬੜਾ ਸੋਹਣਾ ਤੁਹਾਡਾ ਕੁਐਸਚਨ ਹੈ। ਦੇਖੋ ਜਿਹੜੇ ਰੇਤ ਹੈ ਨਾ, ਇਹ ਬੇਸਿਕਲੀ ਮੈਨੂੰ ਪਤਾ ਵੀ ਅੱਜ ਤੋਂ ਕੋਈ 15 ਸਾਲ ਪਹਿਲੋਂ ਕੋਈ ਨਹੀਂ ਸੀ ਇਹਨੂੰ ਪੁੱਛਦਾ, ਮਿੱਟੀ ਦੇ ਭਾਅ ਜੀ ਅਸੀਂ ਵੀ ਪਿੰਡਾਂ ਤੋਂ ਬਿਲੋਂਗ ਕਰਦੇ ਹਾਂ, ਬਾਰਡਰ ਏਰੀਆ 'ਚ ਰਹਿੰਦੇ ਹਾਂ। ਮਤਲਬ ਆਮ ਲੋਕੀ ਨਹਿਰਾਂ ਚੋਂ ਦਰਿਆ ਚੋਂ ਰੇਤ ਪੁੱਟ ਕੇ ਲੈ ਆਣੀ ਤੇ ਕੋਈ ਪੁੱਛਦਾ ਨਹੀਂ ਸੀ। ਜੀ ਅਕਾਲੀ ਗਵਰਨਮੈਂਟ ਵੇਲੇ ਇਹਦੀ ਵੈਲਿਊ ਬਹੁਤ ਜ਼ਿਆਦਾ ਹੋਈ, ਸਰਕਾਰ ਵੇਲੇ ਸਾਡੀ ਬਹੁਤ ਜ਼ਿਆਦਾ ਹੋ ਗਈ, ਤੇ ਹੁਣ ਤੇ ਹੱਦੋਂ ਪਰੇ ਟੱਪ ਗਈ। ਜੀ ਜਿਵੇਂ ਇਹਨੂੰ ਸੋਨਾ ਕਹਿਣਾ ਸ਼ੁਰੂ ਕੀਤਾ ਲੋਕਾਂ ਨੇ, ਤੇ ਇਹਦੇ ਨਾਲ ਇਹਦਾ ਮਾਫੀਆ ਜਿਹੜਾ ਉਹ ਪਨਪਣਾ ਸ਼ੁਰੂ ਹੋ ਗਿਆ। ਮਾਫੀਆ ਹਰ ਸਰਕਾਰਾਂ ਵੇਲੇ ਹੁੰਦਾ, ਹੁਣ ਵੀ ਹੈ, ਜੀ ਪਰ ਹੁਣ ਤੇ ਹੱਦ ਹੀ ਮੁਕਾਤੀ ਨਾ। ਦੇਖੋ ਤੁਹਾਨੂੰ ਮੈਂ 3-4 ਐਗਜ਼ਾਮਪਲਾਂ ਦੇਣਾ ਛੋਟੀ ਛੋਟੀਆਂ। ਇੱਕ ਸਾਡੀ ਬੜੀ ਦਲੇਰ ਲੇਡੀ ਹੈ, ਸਾਡੀ ਕਾਂਗਰਸ ਦੀ ਸੈਕਟਰੀ ਹੈ, ਪਠਾਨਕੋਟ ਤੋਂ ਬਿਲੋਂਗ ਕਰਦੀ ਹੈ, ਇਸ ਲਈ ਉਹ ਸਾਡੇ ਸਪੋਕਸ ਪਰਸਨ ਨੇ। ਉਹ ਖੁਦ ਕੈਮਰਾ ਲੈ ਕੇ ਤੇ ਉਸ ਮਾਈਨਿੰਗ ਵਾਲੀ ਜਗ੍ਹਾ ਤੇ ਗਏ, ਉਹਨਾਂ ਨੇ ਮਾਈਨਿੰਗ ਦੀ ਵੀਡੀਓ ਬਣਾਈ ਤੇ ਫੋਟੋਆਂ ਖਿੱਚੀਆਂ। ਉਹਨਾਂ ਨੇ ਗਵਰਨਮੈਂਟ ਅਫੀਸ਼ੀਅਲ ਨੂੰ ਦੱਸਿਆ ਵੀ ਆਹ ਇੱਥੇ ਮਾਈਨਿੰਗ ਹੋ ਰਹੀ ਹੈ। ਤੁਸੀਂ ਹੈਰਾਨ ਹੋਵੋਗੇ, ਉਲਟ ਉਹਨਾਂ ਤੇ 2 ਪਰਚੇ ਕਰ। ਅੱਛਾ, ਚਲੋ ਉਹ ਤੇ ਮੰਨ ਲਿਆ ਓਪੋਜੀਸ਼ਨ। ਤੁਸੀਂ ਤਾਂ ਸਾਰਿਆਂ ਨੇ ਵੇਖਿਆ ਹੋਏਗਾ ਬਈ ਇਹਨਾਂ ਦਾ ਇੱਕ ਐਮਐਲਏ ਦੇ ਉੱਤੇ ਹੁਣ ਰੀਸੈਂਟਲੀ ਟਿੱਪਰ ਚੜਾ ਦੇਣ ਲੱਗੇ ਸੀ ਮਾਈਨਿੰਗ ਕਰਦੇ ਜਦ ਜੋ ਉਹਨਾਂ ਨੂੰ ਫੜਨ ਗਏ। ਮਤਲਬ ਸਾਨੂੰ ਤੇ ਚਲੋ ਅਸੀਂ ਮੰਨ ਲਿਆ ਵੀ ਅਸੀਂ ਝੂਠ ਹੀ ਬੋਲ ਰਹੇ ਹਾਂ, ਪਰ ਤੁਸੀਂ ਤਾਂ ਸੱਚ ਬੋਲ ਰਹੇ, ਤਾਂ ਤੁਹਾਡੇ ਟਿੱਪਰ ਚਲਾਉਂਦੇ ਦੀ ਵੀਡੀਓ ਆ ਗਈਆਂ, ਜਿਹੜੇ ਤੁਹਾਡੇ ਮਾਫੀਆ ਤੁਹਾਡੇ ਉੱਪਰ ਜਿਹੜਾ ਟਿੱਪਰ ਚੜਾਇਆ, ਤੁਸੀਂ ਕੀ ਕਾਰਵਾਈ ਕਰ ਜੀ ਤੋਂ ਤੱਕ ਤੁਸੀਂ ਗੱਲ ਕੀਤੀ। ਦੇਖੋ ਸਰਕਾਰਾਂ ਦੇ ਹੱਥ ਵਿੱਚ ਸਭ ਕੁਝ ਹੁੰਦਾ, ਸਰਕਾਰਾਂ ਕੀ ਨਹੀਂ ਕਰ ਸਕਦੀਆਂ, ਸਰਕਾਰਾਂ ਜੋ ਚਾਹਣ ਕਰ ਸਕਦੀਆਂ, ਪਰ ਜਦੋਂ ਤੁਹਾਡੀ ਨੀਤੀ ਤੇ ਤੁਹਾਡੀ ਨੀਅਤ ਦੇ ਵਿੱਚ ਖੋਟ ਆ, ਫਿਰ ਤੁਸੀਂ ਕੁਝ ਨਹੀਂ ਕਰਦੇ। ਬਿਲਕੁਲ ਮੈਂ ਭਗਵੰਤ ਮਾਨ ਜੀ ਤੇ ਕੋਈ ਸ਼ੱਕ ਨਹੀਂ ਕਰਦਾ, ਠੀਕ ਹੈ, ਇਮਾਨਦਾਰ ਬੰਦੇ ਹੋਣ, ਪਰ ਉਹਨਾਂ ਦੀ ਜਿਹੜੀ ਟੀਮ ਆ, ਮੈਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਮੀਡੀਆ ਬਹੁਤ ਪਾਵਰਫੁਲ ਹੋ, ਤੁਹਾਨੂੰ ਨਹੀਂ ਪਤਾ ਕੀ ਹੋ ਰਿਹਾ। ਨਿਤ ਨਵੀਂ ਕਿਸੇ ਦੀ ਆਡੀਓ ਲੀਕ ਹੋ ਰਹੀ ਆ, ਨਿਤ ਨਵੇਂ ਕਿਸੇ ਦਾ ਘਰੇਲੂ ਝਗੜਾ ਹੋ ਰਿਹਾ, ਨਿਤ ਨਵਾਂ ਕੋਈ ਮੰਤਰੀ ਜਾਂਦੇ ਆਪਣਾ ਸੜਕ ਦੇ ਉੱਤੇ ਕਿਸੇ ਨੂੰ ਕੁੱਟ ਰਿਹਾ, ਨਿਤ ਕੋਈ ਜਾ ਕੇ ਤੇ ਉੱਥੇ ਵੀਸੀ ਨੂੰ ਗੱਦਿਆਂ ਤੇ ਲੰਮਾ ਪਾ ਰਿਹਾ, ਗੰਦਿਆਂ ਤੇ। ਮਤਲਬ ਇਹਨਾਂ ਨੂੰ ਆਸ ਨਹੀਂ ਸੀ ਸਾਡੀ ਸਰਕਾਰ ਆ ਜਾਊਗੀ, ਤੇ ਇਹਨਾਂ ਦੀ ਸਰਕਾਰ ਆ ਗਈ, ਪਰ ਇਹਨਾਂ ਨੂੰ ਹਕੂਮਤ ਕਰਨੀ ਆਉਂਦੀ। ਹਕੂਮਤ ਹਮੇਸ਼ਾ ਪਿਆਰ ਤੇ ਬਿਲਕੁਲ
ਇਤਫਾਕ ਨਾਲ ਹੁੰਦੀ ਹੈ। ਪਰ ਇਹ ਸਾਰੇ ਜਿਹੜੇ ਐਮਐਲਏ ਨੇ ਨਾ, ਇਹ ਠੀਕ ਹੈ, ਪਰਮਵੀਰ ਨੇ ਗੱਲ ਆਖੀ, ਇਹ ਉੱਪਰੋਂ ਕੰਟਰੋਲ ਹੋਣੇ ਨੇ। ਰਾਘਵ ਚੱਡਾ ਦੀ ਤੁਸੀਂ ਗੱਲ ਕੀਤੀ ਨਾ, ਆ ਪਿੱਛੇ ਜੇ ਤੁਸੀਂ ਵੇਖ ਲਿਆ ਰਾਘਵ ਚੱਡਾ ਨੂੰ, ਇਹਨਾਂ ਨੇ ਜਿੰਨੇ ਇੰਪਰੂਵਮੈਂਟ ਵਾਸਤੇ ਚੇਅਰਮੈਨ ਦਿਲਾਏ ਨੇ ਜਾਂ ਹੋਰ ਚੇਅਰਮੈਨ ਦਿਲਾਏ ਨੇ, ਉਹਨਾਂ ਨਾਲ ਮੀਟਿੰਗ ਕਰ ਰਹੇ ਨੇ ਵੀ ਭਾਈ ਤੂੰ ਕੌਣ ਆ ਸਾਡੇ ਪੰਜਾਬ ਦੇ ਵਿੱਚ ਦਖਲ ਦੇਣ ਵਾਲਾ। ਪਰ ਜਿਹੜੀ ਇਹ ਦਖਲਅੰਦਾਜ਼ੀ ਹੈ ਨਾ, ਇਹ ਇੱਕ ਦਿਨ ਇਹਨਾਂ ਨੂੰ ਭਾਰੀ ਪੈਣੀ ਹੈ। ਜੇ ਭਗਵੰਤ ਮਾਨ ਸਾਹਿਬ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਨੇ, ਆਪਣੇ ਸਿਰ ਤੇ ਫੈਸਲੇ ਕਰਨ, ਸਾਨੂੰ ਹਰ ਤਰੀਕੇ ਨਾਲ ਮਨਜ਼ੂਰ ਹੋਣਗੇ। ਪਰ ਜਦੋਂ ਇਹ ਉੱਤੋਂ ਕੇਜਰੀਵਾਲ ਐਂਡ ਕੰਪਨੀ ਲਿਆ ਕੇ ਇਹ ਇਹਨਾਂ ਨੂੰ ਦੱਸਦੀ, ਕਿਉਂਕਿ ਉਹਨਾਂ ਨੂੰ ਉਹ ਰਹੇ ਨੇ ਆਈਐਸ ਅਫਸਰ ਰਹੇ ਨੇ ਆਈ ਥਿੰਕ, ਤੇ ਉਹਨਾਂ ਨੇ ਮੀਡੀਆ ਨੂੰ ਸਾਰੀ ਨੂੰ ਹਾਇਰ ਕਰ ਲਿਆ। ਅੱਜ ਜੀ। ਉਹੀ ਜਿਹੜੀ ਸਾਰੀ ਮੀਡੀਆ ਨੂੰ ਹਾਇਰ ਕਰ ਲਿਆ, ਅੱਜ ਸਾਰੀ ਮੀਡੀਆ ਉਹਨਾਂ ਨੂੰ ਤੁਸੀਂ ਪੁੱਛੋ, ਮੈਂ ਤੁਹਾਨੂੰ ਇੱਕ ਸਲਾਹ ਦੇਣਾ, ਤੁਸੀਂ ਇੱਕ ਨਾ ਖਾਲੀ ਕੁਰਸੀ ਰੱਖ ਦਿਆ ਕਰੋ, ਉਹ ਤੇ ਲਿਖਦਾ ਕਰੋ ਆਮ ਆਦਮੀ ਪਾਰਟੀ, ਤੇ ਉਹਨੂੰ ਵੀ ਨਾਲ ਹਾਈਲਾਈਟ ਕੇ ਵਿਖਾਇਆ ਕਰੋ ਵੀ ਅਸੀਂ ਇਹਨਾਂ ਨੂੰ ਬੁਲਾਇਆ, ਇਹ ਆਏ ਨਹੀਂ। ਜੀ ਜੇ ਮੀਡੀਆ ਇੰਨਾ ਪਾਵਰਫੁਲ ਸਟਰੋਂਗ ਆ, ਤੇ ਤੁਹਾਡੇ ਦੁਆਰਾ ਇਹ ਦੱਸਿਆ ਜਾਵੇ ਵੀ ਇਹ ਹਰ ਇੱਕ ਸਾਡੀ ਡਿਬੇਟ ਦੇ ਵਿੱਚ ਨਹੀਂ ਆਉਂਦੇ, ਪੰਜਾਬ ਦੇ ਸਾਨੂੰ ਮੁੱਦੇ ਪੁੱਛਦੇ ਆ। ਅਸੀਂ ਇਹਨਾਂ ਨੂੰ ਕੋਈ ਅਫਗਾਨਿਸਤਾਨ ਦਾ ਮੁੱਦਾ ਨਹੀਂ ਪੁੱਛ ਰਹੇ, ਅਸੀਂ ਇਹਨਾਂ ਕੋਈ ਚੀਨ ਜਮਾਨ ਦਾ ਮੁੱਦਾ ਨਹੀਂ ਪੁੱਛ ਰਹੇ, ਅਸੀਂ ਪੰਜਾਬ ਦੀ ਮਾਈਨਿੰਗ ਪਾਲਿਸੀ ਬਾਰੇ ਪੁੱਛ ਰਹੇ, ਪਰ ਇਹ ਆਉਂਦੇ ਹੀ ਨਹੀਂ। ਜੀ ਤੁਸੀਂ ਇਸ ਕਰਕੇ ਇਹ ਤੁਹਾਡਾ ਬਹੁਤ, ਸਾਡਾ ਵੀ ਫਰਜ਼ ਆ, ਮੈਂ ਪੰਜਾਬੀ ਆ, ਮੇਰਾ ਵੀ ਫਰਜ਼ ਆ, ਪਰ ਬਿਲਕੁਲ ਤੁਹਾਡਾ ਮੀਡੀਆ ਦਾ ਬਹੁਤ ਜ਼ਿਆਦਾ ਫਰਜ਼ ਆ, ਇਹਨੂੰ ਪਲੀਜ਼ ਇਸ ਮੁੱਦੇ ਨੂੰ ਹਾਈਲਾਈਟ ਕਰੋ। ਜੀ ਬਿਲਕੁਲ ਬਿਲਕੁਲ, ਇਸ ਮੁੱਦੇ ਤੇ ਚਰਚਾ ਹੋਣੀ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਫਿਊਚਰ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਤੇ ਸੁਰਿੰਦਰ ਕੰਵਲ ਜੀ, ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ, এনवायरमेंट ਖਰਾਬ ਹੋ ਰਿਹਾ ਹੈ, এনवायरमेंट ਤੇ ਖਤਰਾ ਵੱਡਾ ਬਣਿਆ ਹੋਇਆ ਹੈ ਕਿ ਮਾਈਨਿੰਗ ਹੋ ਰਹੀ ਹੈ ਔਰ ਆਏ ਦਿਨ ਸਾਡਾ এনवायरमेंट ਬਦਲ ਰਿਹਾ, ਤੇ ਉਹਦਾ ਕਿਤੇ ਨਾ ਕਿਤੇ ਖਤਰਾ ਪੰਜਾਬ ਦੇ ਲਈ ਬਣ ਰਿਹਾ। ਪਰ ਇੱਕ ਗੱਲ ਸਾਹਮਣੇ ਆਉਂਦੀ ਹੈ, ਜਦੋਂ ਇਹ ਇਸ ਸਰਕਾਰ ਦੇ ਵਿੱਚ ਇੱਕ এনवायरमेंटਲਿਸਟ ਨੂੰ ਰਾਜ ਸਭਾ ਮੈਂਬਰ ਬਣਾ ਕੇ ਭੇਜਿਆ ਜਾਂਦਾ ਹੈ, ਸੰਤ ਸੀਚੇਵਾਲ ਨੂੰ, ਤੇ ਉਹ ਉਸ ਸਰਕਾਰ ਤੇ ਅਸੀਂ ਕਿਵੇਂ ਭਰੋਸਾ ਕਰ ਸਕਦੇ ਹਾਂ, ਡਾਊਟ ਕਰ ਸਕਦੇ ਹਾਂ? ਲੋਕ ਕਨਫਿਊਜ਼ ਹੈ, ਪੰਜਾਬ ਦੇ ਲੋਕ ਕਨਫਿਊਜ਼ ਹੈ। ਇੱਕ ਪਾਸੇ ਤਾਂ ਸੰਤ ਸੀਚੇਵਾਲ ਨੂੰ ਅਸੀਂ ਰਾਜ ਸਭਾ ਦੇ ਵਿੱਚ ਭੇਜਿਆ ਕਿਉਂਕਿ ਉਹ এনवायरमेंटਲਿਸਟ ਨੇ, এনवायरमेंट ਦੇ ਬਾਰੇ ਚੰਗਾ ਸੋਚਦੇ ਨੇ, ਤੇ ਦੂਜੇ ਪਾਸੇ ਮਾਈਨਿੰਗ ਵੀ ਨਹੀਂ ਰੁਕ ਰਹੀ। ਇਹ ਕਿੱਥੇ ਅੜੀ ਹੋਈ ਹੈ ਗੱਲ ਸਾਰੀ? ਦੇਖੋ, ਜਿਹੜੀ ਗੱਲ ਹੁੰਦੀ ਹੈ ਨਾ ਅਮਨਦੀਪ ਸਿੰਘ ਜੀ, ਜਿਹੜੀ ਇੱਛਾ ਸ਼ਕਤੀ ਹੁੰਦੀ ਹੈ ਨਾ ਕਿਸੇ ਵੀ ਕੰਮ ਨੂੰ ਇੰਪਲੀਮੈਂਟ ਕਰਨਾ ਜ਼ਮੀਨੀ ਪੱਧਰ ਦੇ ਉੱਤੇ, ਜੀ ਰਾਜਨੀਤੀ ਦੇ ਵਿੱਚ ਉਹ ਚੀਜ਼ ਬੜੀ ਅਹਿਮੀਅਤ ਰੱਖਦੀ ਆ। ਕਿਸੇ ਵੀ ਪਰਸਨ ਦੇ ਕੁਰਸੀ ਦੇ ਉੱਤੇ ਬੈਠੇ ਦੀ ਇੱਛਾ ਸ਼ਕਤੀ ਹੋਣੀ। ਹੁਣ ਜਿਵੇਂ ਨਜਾਇਜ਼ ਮਾਈਨਿੰਗ ਦੀ ਜਦੋਂ ਗੱਲ ਆਉਂਦੀ ਆ, ਤਾਂ ਹੁਣ ਤੱਕ ਦੇ ਜਿਹੜੇ ਕੰਟਰੈਕਟ ਨੇ, ਅਜੇ ਫਰਵਰੀ ਜਿਹੜੇ ਪਿਛਲੀਆਂ ਸਰਕਾਰਾਂ ਦੇ ਕੰਟਰੈਕਟ ਚੱਲੇ ਨੇ, ਉਹ 2023 ਨੂੰ ਜਾ ਕੇ ਅਜੇ ਤੱਕ ਫਿਨਿਸ਼ ਹੋਣੇ ਆ, ਜਿਹਦੀ ਵਜ੍ਹਾ ਕਰਕੇ ਇਹ ਪਾਲਿਸੀ ਜਿਹੜੀ ਆ ਇਹ ਪੁਰਾਣੀਆਂ ਸਰਕਾਰਾਂ ਨੂੰ ਭੰਡਣ ਦੇ ਬਾਵਜੂਦ ਉਹਨਾਂ ਦੀ ਪਾਲਿਸੀ ਜਿਹੜੀ ਉਸੇ ਤਰ੍ਹਾਂ ਇੰਪਲੀਮੈਂਟ ਕਰ ਰਹੀ ਹੈ, ਕਿਉਂਕਿ ਇਹਨਾਂ ਨੂੰ ਖੁਦ ਦਾ ਹਜੇ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕਿਹੜੀ ਕਰਵਟ ਬੈਠਣਾ ਵਾ। ਜੀ ਹਜੇ ਸੱਚ ਜਿਹੜੀ ਗੱਲ ਹੈਗੀ ਆ, ਕਿਉਂਕਿ ਹਜੇ ਕਰ ਤਾਂ ਰਹੇ ਸੀ, ਕਹਿ ਤਾਂ ਰਹੇ ਸੀ ਅਸੀਂ ਇੰਜ ਦੇ ਬਦਲਾਅ ਕਰ ਦਾਂਗੇ, ਅਸੀਂ ਇਦਾਂ ਦੀਆਂ ਗਰੰਟੀਆਂ ਦੇ ਦਾਂਗੇ, ਲੇਕਿਨ ਉਹ ਸਾਰੇ ਅੱਜ ਫੇਕ ਸਾਬਤ ਹੋ ਰਹੇ ਨੇ, ਕਿਉਂਕਿ ਚਾਦਰ ਓਡੀ ਹੈ ਨਹੀਂ ਹੈ ਜਿਤਨੇ ਇਹਨਾਂ ਨੇ ਪੈਰ ਪਸਾਰ ਲਏ ਹੋਏ ਨੇ। ਤਾਂ ਜੀ ਗਰੰਟੀਆਂ ਜਿਹੜੀਆਂ ਨੇ ਅੱਜ ਫੋਕੇ ਦਾਅਵਿਆਂ ਦੇ ਰੂਪ ਦੇ ਵਿੱਚ ਸਾਰੀਆਂ ਸਾਹਮਣੇ ਆਉਣ ਡਈਆਂ ਨੇ, ਔਰ ਲੋਕਾਂ ਨੂੰ ਅੱਜ ਬਾਖੂਬੀ ਪਤਾ ਲੱਗ ਚੁੱਕਾ ਵਾ ਕਿ ਇਹਨਾਂ ਲੋਕਾਂ ਨੇ ਸਾਨੂੰ ਗਰੰਟੀਆਂ ਦੇ ਕੇ ਇੱਕ ਐਸੇ ਜਾਲ ਦੇ ਵਿੱਚ ਫਸਾ ਲਿਆ ਜਿਹਦੀ ਵਜ੍ਹਾ ਕਰਕੇ ਇਹ ਅੱਜ ਝੂਠ ਦੀ ਬਿਨਾਂ ਦੇ ਉੱਤੇ ਸੱਤਾ ਲੈ ਕੇ ਆ ਗਏ ਨੇ। ਹੁਣ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦੀ ਹਾਂ ਕਿ ਜਦੋਂ ਆਪਾਂ ਮਾਈਨਿੰਗ ਦੇ ਲਾਇਸੈਂਸ ਜਾਰੀ ਕਰਦੇ ਆ, ਤੇ ਉਹਦੇ ਨਾਲ ਬਹੁਤ ਸਾਰੇ ਡੂਜ਼ ਐਂਡ ਡੋਂਟਸ ਹੁੰਦੇ ਨੇ, ਜਿਹੜੇ ਕਿ এনवायरमेंट ਦੇ ਹਿਸਾਬ ਦੇ ਨਾਲ ਕਿ ਕੀ ਜਿਹੜੀਆਂ ਜ਼ਮੀਨਾਂ ਖਰਾਬ ਹੋ ਰਹੀਆਂ ਨੇ, ਕੀ ਉਹ ਲਾਇਸੈਂਸ ਧਾਰਕ ਜਿਹੜਾ ਇਸ ਚੀਜ਼ ਦੇ ਵੱਲ ਧਿਆਨ ਦੇਏਗਾ ਕਿ ਉਹ ਜ਼ਮੀਨ ਨੂੰ ਦੁਬਾਰਾ ਤੋਂ ਉਸ ਦੀ ਜਿਹੜੀ ਆ ਉਹ ਪ੍ਰੋਪਰ ਮਤਲਬ ਉਹਦੇ ਲੈਵਲ ਦੇ ਉੱਤੇ ਲੈ ਕੇ ਆਵੇ। ਕਿ ਜੇ এনवायरमेंट ਨੂੰ ਖਤਰਾ ਹੋ ਰਿਹਾ ਕਿ ਦੇ ਆਰ ਅਬਾਈਡਿੰਗ ਬਾਈ ਦਾ ਰੂਲਸ, ਕਿ ਜਿਹੜੀਆਂ ਇਹ ਮਾਈਨਿੰਗ ਨੂੰ ਹੋਣ ਤੋਂ ਬਾਅਦ ਵਾਤਾਵਰਨ ਨੂੰ ਅਸੁਰੱਖਿਆ ਪੈਦਾ ਹੋਣੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸਿੱਕੇ ਦੇ ਉੱਤੇ ਟੰਗ ਕੇ ਨਜਾਇਜ਼ ਮਾਈਨਿੰਗ ਇੰਨੀ ਵੱਡੀ ਪੱਧਰ ਤੱਕ ਚਲੇਗੀ ਕਿ ਅੱਜ ਪੰਜਾਬ ਦੇ ਰਾਜਪਾਲ ਸਾਹਿਬ ਹੋਰਾਂ ਨੂੰ ਇਹ ਗੱਲ ਦੀ ਇੱਕ ਐਡਾ ਵੱਡਾ ਫਤਵਾ ਦੇਣਾ ਪੈ ਗਿਆ ਵੀ ਇਹਨਾਂ ਲੋਕਾਂ ਨੂੰ ਦੇਸ਼ ਧਰੋਹ ਦੇ ਮੁਕੱਦਮੇ ਦਾਇਰ ਕਰੋ ਇਹਨਾਂ ਦੇ ਉੱਤੇ। ਜੀ ਕਿਉਂ ਲੋੜਾਂ ਪੈ ਰਹੀਆਂ ਨੇ ਇਹੋ ਜਿਹੀਆਂ ਗੱਲਾਂ ਕਰਨ ਦੀਆਂ? ਦੇਖੋ, ਜੇਕਰ ਹਾਈ ਕੋਰਟ ਇਹਨਾਂ ਦੇ ਉੱਤੇ ਕਿੰਨੀ ਵੱਡੀ ਇਹਨਾਂ ਦੇ ਉੱਤੇ ਵਾਸ਼ੜ ਕਰਦੀ ਆ, ਉਹ ਕਿਉਂ ਲੋੜ ਪੈ ਰਹੀ ਆ? ਕਿਉਂਕਿ ਇਹ ਲੋਕ ਸਿਰਫ ਝੂਠ ਦੀ ਬਿਨਾਂ ਦੇ ਉੱਤੇ ਆਉਣ ਵਾਲੀ ਰਾਜਨੀਤੀ, ਕਿਉਂਕਿ ਜਦੋਂ ਦੇਖੋ ਅਨਾਰਕੀ ਫੈਲਾਉਣ ਦੇ ਵਿੱਚ ਆਮ ਆਦਮੀ ਪਾਰਟੀ ਮਤਲਬ ਅਜੇ ਤੱਕ ਇਸ ਤਰ੍ਹਾਂ ਦੇ ਕੋਈ ਲੋਕ ਇਸ ਤਰ੍ਹਾਂ ਦੇ ਸਾਬਤ ਨਹੀਂ ਹੋਏ ਜਿਤਨਾ ਕਿ ਕੇਜਰੀਵਾਲ ਨੇ ਝੂਠ ਜਾਂ ਦੂਜੇ ਤੀਜੀਆਂ ਚੀਜ਼ਾਂ ਨੂੰ ਫੈਲਾ ਕੇ ਤੇ ਆਪਣੀ ਜਿਹੜੀ ਆ ਸੱਤਾ ਹਾਸਲ ਕਰਨ ਦੀ ਜਿਹੜੀ ਗੱਲ ਆ, ਉਹ ਜੋ ਕੁਝ ਉਹਨਾਂ ਨੇ ਕੀਤਾ ਵਾ, ਤਾਂ ਲੋਕ ਇਸ ਚੀਜ਼ ਦੇ ਪ੍ਰਤੀ, ਇਸ ਅਨਾਰਕਿਸਟ ਲੋਕਾਂ ਨੂੰ ਸਮਝ ਚੁੱਕੇ ਨੇ ਕਿ ਇਹ ਤਬਦੀਲੀ ਤੇ ਬਦਲਾਅ ਦਾ ਇੱਕ ਵੱਡਾ ਗੁਬਾਰ ਲੋਕਾਂ ਦੇ ਮਨਾਂ ਦੇ ਵਿੱਚ ਬਣਾ ਰਹੇ ਨੇ। ਹੈ ਕੁਛ ਨਹੀਂ ਹੈ ਜ਼ਮੀਨੀ ਪੱਧਰ ਦੇ ਉੱਤੇ, ਜੀ ਸਿਰਫ ਖਜ਼ਾਨੇ ਨੂੰ ਲੁੱਟਣਾ।
ਤੁਸੀਂ ਦੇਖੋ ਹੁਣ ਜੇਕਰ ਜਦੋਂ ਪੰਜਾਬ ਦੀ ਗਵਰਨਮੈਂਟ ਬਣੀ ਆ, ਮੈਂ ਅੱਜ ਇੱਕ ਗੱਲ, ਮੇਰੇ ਕੋਲ ਬੁੱਧੀਜੀਵੀ ਲੋਕ ਆ ਕੇ ਬੈਠੇ ਸੀ, ਅਸੀਂ ਇਸ ਗੱਲ ਨੂੰ ਨਾ ਐਨਾਲਾਈਜ਼ ਕਰਦੇ ਪਏ ਸੀ ਕਿ ਐਟ ਏ ਟਾਈਮ 5 ਸੂਬਿਆਂ ਦੇ ਵਿੱਚ ਜਦੋਂ ਹੋਈਆਂ ਨੇ ਚੋਣਾਂ, 4 ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ, ਔਰ ਉੱਥੇ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਗਰੰਟੀਆਂ ਦਿੱਤੀਆਂ ਸੀਗੀਆਂ। ਜੀ ਉੱਥੇ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਝੂਠ ਦੇ ਪਲੰਦੇ ਦਿੱਤੇ ਸੀਗੇ, ਔਰ ਬਹੁਤ ਸਾਰੇ ਲੋਕ ਉਹਨਾਂ ਦਿਨਾਂ ਦੇ ਦੌਰਾਨ, ਬਾਕੀ ਉਹਨਾਂ ਸਟੇਟਾਂ ਦਾ ਦੌਰਾ ਵੀ ਉਹਨਾਂ ਨੇ ਕੀਤਾ ਜਿਸ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਵੀ ਚੋਣਾਂ ਚੱਲ ਰਹੀਆਂ ਸੀ। ਲੇਕਿਨ ਜਿੱਤ ਦੀ ਰੇਸ਼ੋ ਕੀ ਹੁੰਦੀ ਆ, ਇੱਕ ਸਟੇਟ ਦੇ ਵਿੱਚ ਪੰਜਾਬ ਦੀ ਆਪ ਦੀ ਸਰਕਾਰ ਬਣਦੀ ਆ, 4 ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਦੀ ਆ। ਉੱਥੇ ਇਹਨਾਂ ਨੇ ਸੇਮ ਗਰੰਟੀਆਂ ਦਿੱਤੀਆਂ, ਉੱਥੇ ਇਹਨਾਂ ਨੇ ਸੇਮ ਸਾਰਾ ਕੁਝ ਕੀਤਾ। ਮੈਂ ਇਹ ਲੋਕਾਂ ਦੀ ਮੈਂਟੈਲਿਟੀ ਨੂੰ ਇਸ ਚੀਜ਼ ਦੇ ਨਾਲ ਅੱਜ ਅਸੀਂ ਐਨਾਲਾਈਜ਼ ਕਰਦੇ ਪਏ ਸੀ ਕਿ ਕੀ ਉਹ ਜਿਹੜੇ 4 ਰਾਜ ਸੀਗੇ, ਉਹਨਾਂ ਨੂੰ ਇਹ ਜਿਹੜੀਆਂ ਫ੍ਰੀ ਬੀਜ਼ ਦੀਆਂ ਜਿਹੜੀਆਂ ਗਰੰਟੀਆਂ ਸੀਗੀਆਂ ਕਿ ਅਸੀਂ ਵੂਮੈਨ ਨੂੰ 1000 ਰੁਪਈਆ ਦੇਵਾਂਗੇ, ਅਸੀਂ ਬਿਜਲੀ ਮੁਫਤ ਕਰ ਦਾਂਗੇ, ਕੀ ਉਹਨਾਂ 4 ਸਟੇਟਾਂ ਦੇ ਲੋਕਾਂ ਨੂੰ ਇਹਨਾਂ ਦੀਆਂ ਇਹ ਜਿਹੜੀਆਂ ਦਿੱਤੀਆਂ ਗੰਦੀਆਂ ਗਰੰਟੀਆਂ, ਜਿਹਦੇ ਨਾਲ ਤੁਹਾਡੇ ਪੰਜਾਬ ਦੀ ਜਾਂ ਤੁਹਾਡੇ ਰਾਜ ਦੀ ਜਿਹੜੀ ਆਰਥਿਕਤਾ ਅਲਾਓ ਹੀ ਨਹੀਂ ਕਰਦੀ, ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਉਸ ਰਾਜ ਦੇ ਉੱਤੇ ਇੰਨਾ ਵੱਡਾ ਕਰਜ਼ਾ ਆਇਆ ਹੋਇਆ ਹੈ, ਔਰ ਉਸ ਕਰਜ਼ੇ ਦੇ ਬਾਵਜੂਦ ਤੁਸੀਂ ਲੋਕਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਝੂਠੇ ਲੁਭਾਵਣੀਆਂ ਗਰੰਟੀਆਂ ਦੇ ਰਹੇ ਹੋ, ਇਹਦਾ ਮਤਲਬ ਪੰਜਾਬ ਦੇ ਲੋਕਾਂ ਨਾਲੋਂ ਉਹਨਾਂ 4 ਸੂਬਿਆਂ ਦੇ ਲੋਕ ਜ਼ਿਆਦਾ ਸਮਰੱਥ ਨੇ, ਜੀ ਜ਼ਿਆਦਾ ਸੈਲਫ ਰਿਸਪੈਕਟਡ ਨੇ, ਜ਼ਿਆਦਾ ਤਾਕਤਵਰ ਨੇ, ਜ਼ਿਆਦਾ ਪੋਲੀਟੀਕਲ ਸੈਗਮੈਂਟ ਦੇ ਇਹਨਾਂ ਲੋਕਾਂ ਦੀਆਂ ਮਨਸ਼ਾਵਾਂ ਨੂੰ ਸੋਹਣੇ ਤਰੀਕੇ ਦੇ ਨਾਲ ਸਮਝਦੇ ਨੇ। ਤੋ ਅੱਜ ਜਦੋਂ ਅਸੀਂ ਇਹਨਾਂ ਗੱਲਾਂ ਦੇ ਉੱਤੇ ਐਨਾਲਾਈਜ਼ ਕਰਦੇ ਪਏ ਸੀ ਤੇ ਇੱਕ ਚੀਜ਼ ਬੜੀ ਮੈਨੂੰ ਇਸ ਚੀਜ਼ ਦਾ ਸ਼ੌਕ ਲੱਗਾ ਕਿ ਮੈਂ ਸੋਚਦੀ ਹਾਂ ਕਿ ਪੰਜਾਬ ਜਿਹੜਾ ਵਾ ਉਹ ਟੈਕਨੋਲੋਜੀ, ਸਾਇੰਟੀਫਿਕ, ਮੀਡੀਆ, ਹਰ ਇੱਕ ਤਰੀਕੇ ਦੇ ਨਾਲ ਹਰ ਕਿਸੇ ਦੇ ਹੱਥ ਦੇ ਵਿੱਚ ਜ਼ਿਆਦਾ ਤੇਜ਼ੀ ਦੇ ਨਾਲ ਰਿਮੋਟ ਫੜਿਆ ਹੋਇਆ ਵਾ। ਜੀ ਲੇਕਿਨ ਉਸ ਇੰਨੀ ਤੇਜ਼ੀ ਦੇ ਰਿਮੋਟ ਫੜੇ ਹੋਣ ਦੇ ਬਾਵਜੂਦ ਪੰਜਾਬੀ ਇਹਨਾਂ ਦੀਆਂ ਝੂਠੀਆਂ ਜਿਹੜੀਆਂ ਫ੍ਰੀ ਖਾਤਿਆਂ ਦੀਆਂ ਜਿਹੜੀਆਂ ਗਰੰਟੀਆਂ ਸੀ ਉਹਨਾਂ ਦੇ ਵਿੱਚ ਫਸ ਗਏ। ਤੇ ਜੀ ਅੱਜ ਉਸ ਵੋਟ ਦੇ ਲਏ ਹੋਏ ਫੈਸਲੇ ਦੀ 5 ਸਾਲ ਇਸ ਤਰ੍ਹਾਂ ਦੀ ਹੁਣ ਮਤਲਬ ਖਮਿਆਜਾ ਭੁਗਤ ਰਹੇ ਨੇ ਕਿ ਅੱਜ ਉਹ ਆਪਣੇ ਆਪ ਦੇ ਲਈ ਬਾਰ-ਬਾਰ, ਚੰਗੇ ਭਲੇ ਬੁੱਧੀਜੀਵੀ ਲੋਕ, ਬਾਰ-ਬਾਰ ਜਰਨਲਿਸਟ ਲੋਕ ਸੋਚ ਵਿਚਾਰ ਕਰਦੇ ਪਏ ਨੇ ਔਰ ਮੱਥਿਆਂ ਤੇ ਹੱਥ ਮਾਰਦੇ ਪਏ ਨੇ ਕਿ ਇਹਨਾਂ ਦੇ ਸਾਨੂੰ ਝੂਠ ਦੀ ਚਾਲਬਾਜ਼ੀ ਸਮਝ ਹੀ ਨਹੀਂ ਆਈ ਸਮੇਂ ਸਿਰ। ਤੋ ਜੀ ਸਮਾਂ ਜਿਹੜਾ ਵਾ ਉਹ ਕਈ ਵਾਰੀ ਕੁਝ ਗੱਲਾਂ ਫਿਊਚਰ ਦੇ ਗਰਭ ਦੇ ਵਿੱਚ ਹੁੰਦੀਆਂ ਨੇ। ਤੋ ਅੱਜ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਾਰ-ਬਾਰ ਸਾਹਮਣੇ ਆ ਰਹੀਆਂ ਨੇ। ਤੁਸੀਂ ਦੇਖੋ ਇਹਨਾਂ ਦੇ 9 ਰਤਨ ਜਿਹੜੇ ਨੇ ਬੜੇ ਮਸ਼ਹੂਰ ਹੋ ਰਹੇ ਨੇ, ਜਿਨ੍ਹਾਂ ਦੇ ਵਿੱਚ ਜਸਵੰਤ ਗੱਜਨ ਮਾਜਰਾ 40 ਕਰੋੜ ਦੇ ਘਟਾਲੇ ਚ ਆਉਂਦਾ ਬਾਹਰ, ਫੌਜਾ ਸਿੰਘ ਸਰਾਰੀ ਸੌਦੇਬਾਜ਼ੀ ਕਰਦਾ ਹੈ, ਕਿਸ ਤਰ੍ਹਾਂ ਉਹ ਕਿਸੇ ਕੁੜੀ ਦੇ ਨਾਲ, ਵਿਚਾਰੀ ਦੇ ਨਾਲ, ਦਿਨੇਸ਼ ਚੱਡਾ ਵਪਾਰੀਆਂ ਦਾ ਵਪਾਰ ਖੋਣ ਵਾਲਾ ਬੰਦਾ ਜਿਹੜਾ ਵਾ, ਕੁਲਜੀਤ ਰੰਧਾਵਾ ਥਾਣੇਦਾਰ ਤੋਂ 1 ਲੱਖ ਰੁਪਏ ਮਹੀਨੇ ਦਾ ਜਿਹੜਾ ਉਹ ਫਰੌਤੀ ਮੰਗਦਾ ਵਾ, ਭਗਵੰਤ ਮਾਨ ਦਾ ਤੁਸੀਂ ਦੇਖੋ ਦਿੱਲੀ ਵਾਲੀ ਸ਼ਰਾਬ ਪਾਲਿਸੀ ਜਦੋਂ ਇੱਥੇ ਲੈ ਕੇ ਆਉਂਦੇ ਆ ਤੇ ਉਹਦੇ ਵਿੱਚ ਇਹਨਾਂ ਨੇ ਸਰਕਾਰ ਦੇ ਪੱਲੇ ਛੱਡਿਆ ਕੀ, ਉਹੀ ਪਾਲਿਸੀ ਇਹ ਪੰਜਾਬ ਦੇ ਵਿੱਚ ਸ਼ਰਾਬ ਦੀ ਲੈ ਕੇ ਆਉਣਾ ਚਾਹੁੰਦੇ ਆ। ਫਿਰ ਤੁਸੀਂ ਦੇਖੋ ਮਨਜਿੰਦਰ ਸਿੰਘ ਗਿਆਸਪੁਰਾ ਮਹਿਲਾ ਤੋਂ 1 ਲੱਖ ਰੁਪਏ ਦੀ ਮਹੀਨਾ ਰਿਸ਼ਵਤ ਮੰਗਦਾ। ਜੈ ਕਿਸ਼ਨ ਰੋੜੀ ਦੀ ਗੱਲ ਵੇਖੋ, ਬਦਲੀਆਂ 'ਚ ਹਿੱਸੇ ਖਾਣ ਦੀ ਗੱਲ ਆਉਂਦੀ ਆ। ਹਰਮੀਤ ਸਿੰਘ ਪਠਾਨ ਮਾਜਰਾ ਮਹਿਲਾ ਦੀ ਇੱਜ਼ਤ ਲੁੱਟਦਾ ਹੈ, ਸੈਕੰਡ ਘਰ ਵਾਲੀ, ਫਿਰ ਬਲਾਤਕਾਰ। ਫਿਰ ਤੁਸੀਂ ਦੇਖੋ ਵਿਜੇ ਸਿੰਗਲਾ ਦੇ ਉੱਤੇ ਇਹਨਾਂ ਨੇ ਕਿੱਡਾ ਵੱਡਾ ਉਹ ਇੱਕ ਮਤਲਬ ਕਾਂ ਮਾਰ ਕੇ ਟੰਗਣ ਵਾਲੀ ਗੱਲ ਹੋ ਗਈ, ਨਿਕਲਿਆ ਉਹਦੇ ਵਿੱਚੋਂ ਕੁਝ ਵੀ ਨਹੀਂ। ਤੋ ਜਿਹੜੀ ਮਹਿਜ਼ ਇੱਕ ਰਾਜਨੀਤੀ ਦੇ ਸੈਗਮੈਂਟ ਦੇ ਵਿੱਚ ਇਹਨਾਂ ਨੇ ਜਿਹੜੀ ਇੱਕ ਅਨਾਰਕੀ ਫੈਲਾਈ ਹੋਈ ਆ। ਇੱਕ ਨਵਾਂ ਬਿਆਨ ਮੈਂ ਪੜ੍ਹਦੀ ਪਈ ਸੀ ਅੱਜ ਕਿ ਪਿੱਛੇ ਸ਼ਿਸ਼ੋਦੀਆ ਸਾਹਿਬ ਵੀ ਕਹਿ ਰਹੇ ਸੀ ਕਿ ਸਾਨੂੰ ਬੀਜੇਪੀ ਵਾਲੇ ਇੰਨੇ ਲੱਖ ਦੇ ਉੱਤੇ ਖਰੀਦਦੇ ਪਏ ਨੇ ਤੇ ਸਾਨੂੰ ਸੀਐਮ ਦੀ ਕੁਰਸੀ ਅਲਾਟ ਕਰਦੇ ਪਏ ਨੇ। ਅੱਜ ਪੰਜਾਬ ਦੇ 1-2 ਮਿਨਿਸਟਰਸ ਦੀ ਇਸ ਤਰ੍ਹਾਂ ਦੀ ਜਿਹੜੀ ਆ ਉਹ ਮਤਲਬ ਜੀ ਫਾਲਸ ਬਿਆਨ ਆਏ ਨੇ ਸਟੇਟਮੈਂਟ ਆਈ ਆ। ਜੀ ਮਤਲਬ ਏਡਾ ਵੱਡਾ ਜਿਹੜਾ ਗੁਬਾਰ ਲੋਕਾਂ ਦੇ ਮਨਾਂ ਦੇ ਵਿੱਚ ਪੈਦਾ ਕਰਨਾ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ, ਦੂਜਿਆਂ ਨੂੰ ਕਹਿਣਾ ਕਿ ਬੀਜੇਪੀ ਸਾਨੂੰ ਮਤਲਬ ਖਰੀਦਣ ਦੀ ਕੋਸ਼ਿਸ਼ ਕਰਦੀ ਪਈ ਆ। ਤੁਹਾਡੇ ਜੀ ਵਰਗੇ ਝੂਠਿਆਂ ਨੂੰ ਬੀਜੇਪੀ ਨੇ ਖਰੀਦ ਕੇ ਲੈਣਾ ਕੀ ਆ? ਬੀਜੇਪੀ ਦੀ ਤੇ ਆਪਣੀ ਵਿਚਾਰਧਾਰਾ, ਇੱਕ ਅੱਛੇ ਰਾਸ਼ਟਰਵਾਦੀ, ਇੱਕ ਅੱਛੀ ਪਾਲਿਸੀ, ਜਿਨੇ ਛੋਟੇ ਦੇਖੋ 50-70 ਸਾਲ ਦੀ 100 ਸਾਲ ਦੀ ਲੜਾਈ ਦੇ ਵਿੱਚ ਉਹਨਾਂ ਦੀ ਇੱਕ ਇੰਨੀ ਅੱਛੀ ਵਿਚਾਰਧਾਰਾ ਸੀਗੀ ਤੇ ਉਹ ਇੱਥੋਂ ਤੱਕ ਪਹੁੰਚ ਚੁੱਕੇ ਨੇ ਕਿ ਉਹਨਾਂ ਨੇ ਪੂਰੇ ਭਾਰਤ ਨੂੰ ਇੱਕ ਇੰਨੇ ਵੱਡੇ ਵਰਲਡਲੀ ਕ੍ਰਾਈਸਿਸ ਦੇ ਵਿੱਚੋਂ ਲੰਘਦੀਆਂ ਹੋਈਆਂ ਬਾਕੀ ਅਰਥ ਵਿਵਸਥਾਵਾਂ ਦੇ ਵਿੱਚੋਂ ਅੱਜ ਪੰਜਾਬ ਨੂੰ ਕਿੰਨੀ ਤਾਕਤਵਰ ਅਰਥ ਵਿਵਸਥਾ ਬਣਾ ਕੇ ਰੱਖਿਆ ਹੋਇਆ ਵਾ ਕਿ ਅੱਜ ਆਸੇ-ਪਾਸੇ ਦੀਆਂ ਦੇਸ਼ਾਂ ਦੀਆਂ ਅਰਥ ਵਿਵਸਥਾਵਾਂ ਜਿਹੜੀਆਂ ਨੇ ਉਹ ਮੋਦੀ ਜੀ ਦੇ ਵੱਲ ਦੇਖਦੀਆਂ ਪਈਆਂ ਨੇ। ਤੋ ਕੁਛ ਜੀ ਤਾਂ ਜਿਹੜੀ ਵਿਚਾਰਧਾਰਕ ਤੌਰ ਦੇ ਉੱਤੇ ਫਰਕ ਹੈਗਾ ਨਾ। ਹੁਣ ਤੁਸੀਂ ਆਪਾਂ ਗੱਲ ਕਰਦੇ ਹਾਂ, ਜਦੋਂ ਮਾਫ ਕਰਨਾ ਨਰਿੰਦਰ ਸੰਧੂ ਵੀਰ ਜੀ, ਜਦੋਂ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੀਆਂ ਆਪਣੀਆਂ ਸੌੜੀਆਂ ਨੀਤੀਆਂ ਦੇ ਕਰਕੇ ਭਾਰਤ ਦੇ ਵਿੱਚੋਂ ਇੱਕ ਵੱਡੀ ਵਿਰੋਧੀ ਧਿਰ ਖਤਮ ਹੋ ਗਈ ਆ। ਭਾਰਤ ਨੂੰ ਖਤਰਾ ਨਹੀਂ ਆ, ਇੱਕ ਵੱਡੇ ਡੈਮੋਕ੍ਰੇਸੀ ਨੂੰ ਖਤਰਾ ਵਾ। ਜਦੋਂ ਕਿਸੇ ਵੀ ਜੀ ਡੈਮੋਕ੍ਰੇਸੀ ਦੇ ਵਿੱਚੋਂ ਜਦੋਂ ਵਿਰੋਧੀ ਧਿਰ ਖਤਮ ਹੁੰਦੀ ਆ ਤਾਂ ਸੱਤਾਧਾਰੀ ਧਿਰ ਆਪਣੀ ਹਰ ਤਰ੍ਹਾਂ ਦੇ ਫੈਸਲੇ ਲਊਗੀ।
ਉਹਦੇ 'ਚ ਨੁਕਸਾਨ ਕਿਹਨੂੰ ਹੁੰਦਾ? ਸੱਤਾਧਾਰੀ ਧਿਰ ਨੂੰ ਨਹੀਂ ਹੋ ਰਿਹਾ, ਡੈਮੋਕ੍ਰੇਸੀ ਨੂੰ ਨੁਕਸਾਨ ਹੋ ਰਿਹਾ। ਹੁਣ ਅੱਜ ਜੀ ਪੰਜਾਬ ਦੇ ਵਿੱਚ ਵੀ ਜਦੋਂ ਇਹ ਜੀ ਸਮੱਸਿਆ ਆਈ, ਅੱਜ ਆਪ ਵਰਗੇ ਅਨਾਰਕਿਸਟ ਲੋਕ ਕਿਉਂ ਉੱਠੇ? ਕਿਉਂਕਿ ਇਹ ਜਿਹੜੀ ਕਾਂਗਰਸ, ਭਾਵੇਂ ਮੈਂ ਉਨੀ ਖਤਰਨਾਕ ਜਮਾਤ ਨਹੀਂ ਮੰਨਦੀ ਜਿੰਨੀ ਕਾਂਗਰਸ, ਜਿੰਨੀ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਇੱਕ ਅਨਾਰਕਿਸਟ, ਜਾਂ ਫਿਰ ਇੱਕ ਇਹ ਕਹਿ ਰਹੀਏ ਕਿ ਕੈਪੀਟਲਿਜ਼ਮ ਚੋਂ ਉੱਠੇ ਹੋਏ ਇਹ ਲੋਕ ਨੇ, ਜਾਂ ਅਸੀਂ ਇਹ ਕਹਿ ਲਈਏ ਕਿ ਕਾਮਰੇਡ ਸਟਾਈਲ ਜਿਹੜਾ ਵਾ, ਮਤਲਬ ਤੁਸੀਂ ਪੂੰਜੀਵਾਦ ਦਾ ਹੀ ਵਿਰੋਧ ਕਰੀ ਜਾਂਦੇ ਜੇ, ਬਾਰ-ਬਾਰ ਪੂੰਜੀਵਾਦ ਦਾ ਹੀ ਵਿਰੋਧ ਕਰੀ ਜਾਂਦੇ ਜੇ। ਜੇਕਰ ਤੁਹਾਡੇ ਕੋਲ ਸਮਰੱਥਵਾਨ ਲੋਕ ਨਹੀਂ ਹੋਣਗੇ, ਤੁਸੀਂ ਕੀ ਦੂਜਿਆਂ ਦੇਸ਼ਾਂ ਦੇ, ਤੁਸੀਂ ਕੀ ਰਿਜ਼ਰਵ ਬੈਂਕ ਦੇ, ਤੁਸੀਂ ਕੀ ਅਮਰੀਕਾ, ਇੰਗਲੈਂਡ, ਬ੍ਰਿਟਿਸ਼ ਵਰਗਿਆਂ ਦੇ ਤੁਸੀਂ ਜਾ ਕੇ ਤੇ ਕਰਜ਼ਾਈ ਹੋਵੋਗੇ। ਜੇਕਰ ਤੁਹਾਡੇ ਜੀ ਕੋਲ ਆਪਣੀ ਮੈਨੇਜਮੈਂਟ ਨਹੀਂ ਆ, ਤੁਸੀਂ ਦੇਸ਼ ਦੇ ਵਿੱਚ ਆਪਣੀ ਆਰਥਿਕਤਾ ਨੂੰ ਨਹੀਂ ਸਾਂਭ ਸਕਦੇ, ਤਾਂ ਇੰਜ ਲੱਗਦਾ ਵਾ ਕਿ ਕਿਤੇ ਨਾ ਕਿਤੇ ਭਾਰਤ ਦੀ ਆਰਥਿਕਤਾ ਨੂੰ ਸਮਝੇ ਤੋਂ ਬਿਨਾਂ, ਰਾਸ਼ਟਰ ਦੀ ਅਹਿਮੀਅਤ ਨੂੰ ਸਮਝੇ ਤੋਂ ਬਿਨਾਂ ਇਹ ਜਿਹੜੇ ਲੋਕ ਆਪਣੀ ਨਿੱਜਵਾਦ ਦੀ ਰਾਜਨੀਤੀ ਕਰਨ ਡਏ ਨੇ, ਉਹਦੇ ਵਿੱਚ ਕੱਲਾ ਪੰਜਾਬ ਹੀ ਨਹੀਂ, ਭਾਰਤ ਨੂੰ ਵੀ ਇਹ ਉਸ ਜਗ੍ਹਾ ਦੇ ਉੱਤੇ ਝੋਂਕਣ ਦੀ ਕੋਸ਼ਿਸ਼ ਕਰਦੇ ਜਿੱਥੇ ਹੁਣ ਤੱਕ ਇਹਨਾਂ ਨੇ ਝੋਕ ਦਿੱਤਾ ਵਾ। ਨਹੀਂ ਤਾਂ ਭਾਰਤ ਇੰਨਾ ਹਰ ਪੱਖ ਤੋਂ ਇੰਨਾ ਅਮੀਰ ਹੋਣ ਦੇ ਬਾਵਜੂਦ ਇੱਥੇ ਕਿਹੜੀ ਚੀਜ਼ ਨਹੀਂ ਹੈਗੀ? এনवायरमेंट ਇੱਥੇ ਹੈਗਾ, ਤੁਸੀਂ ਦੇਖੋ ਪਾਣੀ ਇੱਥੇ ਹੈਗਾ, ਹਰ ਤਰ੍ਹਾਂ ਜ਼ਮੀਨ ਜਿਹੜੀ ਆ ਇੱਥੇ ਹਰ ਤਰ੍ਹਾਂ ਦੇ ਨਾਲ ਉਪਜਾਊ ਆ। ਇੱਥੇ ਸਮੱਸਿਆ ਕੀ ਆ? ਖਾਨਾ ਇੱਥੇ ਏਡੀਆਂ ਵੱਡੀਆਂ ਨੇ। ਸਮੱਸਿਆ ਇਹੀ ਹੈ ਕਿ ਇਹਨਾਂ ਦੇ ਕੋਲ ਰਾਸ਼ਟਰਵਾਦ ਨਹੀਂ ਆ, ਇਹ ਆਪਣੇ ਜੀ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਨਹੀਂ ਆ, ਇਹ ਸਿਰਫ ਜੀ ਆਪਣੀਆਂ ਕੁਰਸੀਆਂ ਨੂੰ ਪਿਆਰ ਕਰਨ ਵਾਲੇ ਲੋਕ ਆ। ਤੋ ਇਹੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਕੁਰਸੀ ਦੀ ਸੱਤਾ ਵਾ, ਜਿਹੜੀ ਇਹਨਾਂ ਦੀ ਝੂਠ ਦੀ ਇੱਕ ਅਨਾਰਕੀ ਦੀ ਸੱਤਾ, ਇੱਕ ਅਨਾਰਕੀ ਦਾ ਜਿਹੜਾ ਇਹਨਾਂ ਨੇ ਪੈਕੇਜ ਲੋਕਾਂ ਦੇ ਵਿੱਚ ਫੈਲਾਉਣ ਦੀ ਕੋਸ਼ਿਸ਼ ਕੀਤੀ ਆ, that is utterly bad for the India। ਮੈਂ ਤਾਂ ਜੀ ਇਹ ਚੀਜ਼ ਬਿਲਕੁਲ। ਨੂੰ ਮੰਨਦੀ ਹਾਂ। ਸੁਰਿੰਦਰ ਜੀ, ਅੱਜ ਆਪਣੀ ਜੋ ਡਿਬੇਟ ਰਹੀ ਆ ਉਹ ਇਸੇ ਮਾਮਲੇ ਤੇ ਰਹੀ ਹੈ ਕਿ ਰੇਤੇ ਦੀ ਮਾਈਨਿੰਗ ਹੈ, ਜਿਹੜੀ ਮਾਈਨਿੰਗ ਦੇ ਨਾਲ ਕੀ ਨੁਕਸਾਨ ਹੋ ਰਿਹਾ, ਉਹਦੇ ਤੇ ਆਪਾਂ ਖੁੱਲ੍ਹ ਕੇ ਚਰਚਾ ਕੀਤੀ ਹੈ। ਕਲੋਜ਼ਿੰਗ ਦੇਖੋ ਸਟੇਟਮੈਂਟ ਮਾਈਨਿੰਗ ਦੇ ਇਜ਼ ਅ ਲਈ ਮੈਂ ਪਾਰਟ, ਨਰਿੰਦਰ ਮਾਈਨਿੰਗ ਸੰਧੂ ਇਜ਼ ਅ ਤੇ ਪਾਰਟ, ਪਰਮਵੀਰ ਜੀ ਕੋਲ ਜਾਊਂਗਾ। ਮਤਲਬ ਇਹ ਸਾਰੇ ਵੱਡੇ ਇੱਕ ਸੈਗਮੈਂਟ ਦਾ ਮਾਈਨਿੰਗ ਇੱਕ ਪਾਰਟ ਆ, ਔਰ ਜੀ ਬਹੁਤ ਸਾਰੇ ਇਸ ਤਰ੍ਹਾਂ ਦੇ ਪਾਰਟ ਨੇ ਜਿੱਥੇ ਇਹ ਹਰ ਥਾਂ ਦੇ ਉੱਤੇ ਫੇਲੀਅਰ ਸਾਬਤ ਹੋਏ ਰਹੇ ਨੇ, ਔਰ ਇਸੇ ਫੇਲੀਅਰ ਦੀ ਵਜ੍ਹਾ ਇਹਨਾਂ ਦੀ ਇਹੀ ਆ ਕਿ ਇਹਨਾਂ ਨੂੰ ਸਿਰਫ ਸ਼ੋਅ ਬਿਜ਼ਨਸ ਚਾਹੀਦਾ ਸੀ, ਇਹਨਾਂ ਨੂੰ ਪੰਜਾਬ ਦੀ ਸੱਤਾ ਹਾਸਲ ਕਰਨੀ ਸੀ, ਪੰਜਾਬ ਦੇ ਮੁੱਦਿਆਂ ਨਾਲ ਇਹਨਾਂ ਨੂੰ ਕੋਈ ਸਰੋਕਾਰ ਨਹੀਂ ਹੈ। ਜੀ ਬਿਲਕੁਲ, ਇਹੀ ਸਵਾਲ ਅਸੀਂ ਸਰਕਾਰ ਤੋਂ ਵੀ ਪੁੱਛਾਂਗੇ, ਅਲੱਗ-ਅਲੱਗ ਮੀਡੀਅਮ ਦੇ ਰਾਹੀਂ ਸਰਕਾਰ ਤੋਂ ਅਸੀਂ ਇਹ ਸਵਾਲ ਪੁੱਛਾਂਗੇ ਕਿ ਉਹ ਜਿਹੜੇ ਆਰੋਪ ਲੱਗ ਰਹੇ ਆ ਤੇ ਉਹਨਾਂ ਦੇ ਜਵਾਬ ਕਦੋਂ ਤੱਕ ਆਉਣਗੇ ਤੇ ਇਹਨਾਂ ਦਾ ਹੱਲ ਕਦੋਂ ਤੱਕ ਕੀਤਾ ਜਾ ਸਕਦਾ ਹੈ, ਕਿਉਂਕਿ ਹੁਣ 4.5 ਸਾਲ ਆਉਣ ਵਾਲੇ, ਉਦੋਂ ਤੱਕ ਨੇ ਤੁਹਾਨੂੰ ਇੱਕ ਸੁਜੈਸ਼ਨ ਦਿੱਤੀ ਆ ਜੀ ਵੀ ਇੱਕ ਕੁਰਸੀ ਖਾਲੀ ਛੱਡੋ, ਜੀ ਤਾਂ ਕਿ ਬਿਲਕੁਲ ਇਹ ਲੋਕ ਜਿਹੜੇ ਨੇ ਘੱਟੋ ਘੱਟ ਜਵਾਬਦੇਹੀ ਕਰਨ ਉਸ ਗੱਲ ਨੂੰ ਕਿ ਅਗਰ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਬਹਿੰਦੇ ਜੇ, ਮੀਡੀਆ ਇਜ਼ ਦਾ 4th ਇੰਪੋਰਟੈਂਟ ਪਿਲਰ ਆਫ ਡੈਮੋਕ੍ਰੇਸੀ। ਜੀ ਜੇਕਰ ਅਸੀਂ ਮੀਡੀਆ ਨੂੰ ਫੇਸ ਨਹੀਂ ਕਰਨਾ ਚਾਹੁੰਦੇ ਤੇ ਤੁਹਾਨੂੰ ਸੱਤਾ ਧਿਰ ਦੇ ਵਿੱਚ ਬਹਿਣ ਦਾ ਵੀ ਕੋਈ ਅਧਿਕਾਰ ਨਹੀਂ। ਜੀ ਬਿਲਕੁਲ ਜਵਾਬਦੇਹੀ ਕਰੋ ਨਾ। ਬਿਲਕੁਲ ਜੀ, ਸਵਾਲ ਪੁੱਛੇ ਜਾਣਗੇ, ਉਹਨਾਂ ਤੋਂ ਸਵਾਲ ਪੁੱਛੇ ਜਾਣਗੇ, ਸਰਕਾਰ ਤੋਂ ਵੀ ਸਵਾਲ ਪੁੱਛੇ ਜਾਣਗੇ। ਤੇ ਨਾਲ ਦੀ ਨਾਲ ਆਪਾਂ ਅੱਜ ਇਸ ਪ੍ਰੋਗਰਾਮ ਨੂੰ ਕਾਫੀ ਆਪਾਂ ਚਰਚਾ ਕੀਤੀ ਹੈ ਤੇ ਪ੍ਰੋਬਲਮ ਸਾਨੂੰ ਇਹ ਮਿਲੀ ਹੈ ਕਿ ਇੱਕ ਸਰਕਾਰ ਦੀ ਕਾਰਵਾਈ ਹੋਣੀ ਜ਼ਰੂਰੀ ਹੈ ਤੇ ਨੈਕਸਸ ਹੈ ਜਿਹੜਾ ਉਹ ਤੋੜਨਾ ਬਹੁਤ ਜ਼ਰੂਰੀ ਹੈ, ਜਿਹੜਾ ਲੋਕਾਂ ਦੇ ਵਿੱਚ ਡਰ ਨਹੀਂ ਹੈ ਉਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਤੇ ਇਹਨਾਂ ਲੋਕਾਂ ਦਾ ਡਰ ਕਿਵੇਂ ਖਤਮ ਕੀਤਾ ਜਾ ਸਕਦਾ, ਨਰਿੰਦਰ ਸੰਧੂ ਜੀ? ਦੇਖੋ, ਸਰਕਾਰ ਨੇ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ, ਚਾਹਵੇ ਤੇ ਹਰ ਕੁਝ ਕਰ ਸਕਦੀ, ਸਰਕਾਰ ਦੇ ਵਿੱਚ ਸਭ ਕੁਝ ਹੈਗਾ। ਪਰ ਦੇਖੋ ਅੱਜ ਇਹਨਾਂ ਨੇ, ਹੁਣ ਮੈਂ ਆਪਣੀ ਡਿਬੇਟ ਸ਼ੁਰੂ ਹੋਣ ਤੋਂ ਪਹਿਲਾਂ ਦੇਖ ਰਿਹਾ ਸੀ, ਇਹ ਕਹਿ ਰਹੇ ਨੇ ਸਾਨੂੰ ਬੀਜੇਪੀ ਵਾਲੇ 25 ਕਰੋੜ ਚ ਖਰੀਦ ਰਹੇ ਨੇ ਜੀ, ਤੇ ਇੱਕ ਨਾਲ ਕਹਿ ਰਹੇ ਜੀ ਇੱਕ ਹੋਰ ਐਮਐਲਏ ਲੈ ਆਓ ਤੇ 75 ਕਰੋੜ ਚ। ਮਤਲਬ ਚੀਮਾ ਸਾਹਿਬ ਸਰੇਆਮ ਆਪਣੇ ਜਿਹੜੇ ਐਮਐਲਏ ਉਹਨਾਂ ਦੀ ਬੋਲੀ ਲਾਉਣ ਲੱਗ ਪਏ ਇੱਕ ਵਾਰ ਵੀ ਸਾਡੇ ਇਹਨਾਂ ਦੇ ਵਿਕ ਰਹੇ ਨੇ। ਔਰ ਹਰ ਡਿਬੇਟ ਦੇ ਵਿੱਚ ਇਹਨਾਂ ਦੇ ਮੰਤਰੀ ਸਾਹਿਬਾਨ, ਸਾਰੇ ਐਮਐਲਏ ਸਾਹਿਬਾਨ ਪਤਾ ਕਹਿੰਦੇ ਨੇ, ਆਪਣਾ ਕੱਟੜ ਇਮਾਨਦਾਰ। ਉਹ ਭਾਈ ਜੇ ਤੁਸੀਂ ਕੱਟੜ ਇਮਾਨਦਾਰ ਜੇ, ਤੁਹਾਨੂੰ ਕਿ 200 ਕਰੋੜ ਦੇ ਰਹੇ, ਤੁਹਾਨੂੰ ਕਦੇ ਡਰ ਆ? ਪਰ ਇਹ ਐਕਚੁਅਲੀ ਕਿਸ ਕਰਕੇ, ਜਦੋਂ ਇਹਨਾਂ ਨੂੰ ਪਤਾ ਲੱਗਦਾ ਕੋਈ ਵੱਡਾ ਇਸ਼ੂ ਆ ਰਿਹਾ, ਇਹ ਉਹਨੂੰ ਨੱਪਣ ਵਾਸਤੇ ਡਾਈਵਰਟ ਕਰ ਦਿੰਦੇ ਨੇ, ਮਸਲਾ ਹੀ ਡਾਈਵਰਟ ਕਰ ਦਿੰਦੇ ਨੇ ਵੀ ਇਹ ਸਾਨੂੰ ਖਰੀਦਣੇ ਨੇ, ਮੀਡੀਆ ਸਾਰਾ ਉੱਧਰ ਹੋ ਜਾਏ ਤੇ ਜਿਹੜੀ ਸਾਰੀ ਮਾਈਨਿੰਗ ਪਾਲਿਸੀ ਆ ਜਾਂ ਹੋਰ ਕੋਈ ਜਿਹੜੀ ਅੱਜ ਰਾਜਪਾਲ ਸਾਹਿਬ ਨੇ ਗੱਲ ਕਹੀ ਆ ਉਹ ਨੱਪੀ ਰਹਿ ਜਾਏ। ਪਰ ਮੈਂ ਫਿਰ ਤੁਹਾਨੂੰ ਲਾਸਟ ਕਮੈਂਟ ਮੇਰਾ ਇਹੋ ਹੀ ਕਹੂੰਗਾ, ਤੁਸੀਂ ਮੀਡੀਆ ਬਹੁਤ ਪਾਵਰਫੁਲ ਹੋ, ਅਸੀਂ ਤੇ ਆਪੋਜੀਸ਼ਨ ਹੈਗੇ ਹੀ ਆ, ਪਰ ਤੁਹਾਡੀ ਮੀਡੀਆ ਦੀ ਇਹ ਬਹੁਤ ਜ਼ਿਆਦਾ ਰੋਲ, ਮੈਂ ਹਰ ਡਿਬੇਟ ਚੋਂ ਕਹਿੰਦਾ ਵੀ ਮੀਡੀਆ ਦਾ ਬਹੁਤ ਰੋਲ ਬਣਦਾ ਹੈ, ਸੱਚ ਨੂੰ ਸੱਚ ਵਿਖਾਓ ਤੇ ਝੂਠ ਨੂੰ ਝੂਠ। ਜੀ ਜੀ, ਪਰਮਵੀਰ ਸਿੰਘ ਜੀ, ਤੁਹਾਡੀ ਕਲੋਜ਼ਿੰਗ ਸਟੇਟਮੈਂਟ ਸਰ। ਦੇਖੋ ਅਮਨਦੀਪ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਲੋਕਾਂ ਦੇ ਵਿੱਚੋਂ ਡਰ ਕਿੱਥੋਂ ਦੂਰ ਹੋਏਗਾ, ਦੇਖੋ ਡਰ ਉਦੋਂ ਦੂਰ ਹੁੰਦਾ ਜਦੋਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੋਜ਼ਿਟਿਵ ਹੋਵੇ।
ਜੀ ਜਦੋਂ ਦੀ ਇਹ ਸਰਕਾਰ ਆਈ ਹੈ, ਲਾਅ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਹੈ ਪੰਜਾਬ ਦੀ 72 ਤੋਂ 72 ਹਰ ਰੋਜ਼ ਨੈਗੇਟਿਵ ਹੋ ਰਹੀ ਹੈ। ਇਹ ਉਹੀ ਪੰਜਾਬ ਹੈ ਜਿੱਥੇ ਸਾਰੇ ਰਲ ਮਿਲ ਕੇ ਰਹਿੰਦੇ ਸੀ। ਤੇ ਅੱਜ ਕੀ ਹੋ ਰਿਹਾ ਹੈ, ਕਿਸੇ ਨਾ ਕਿਸੇ ਤਰੀਕੇ ਜਦੋਂ ਆਮ ਆਦਮੀ ਪਾਰਟੀ ਦੇ ਕੋਲੋਂ ਕੋਈ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਜਿਹਦੇ ਚ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਣ ਵਾਲਾ ਹੁੰਦਾ ਜਾਂ ਆਮ ਆਦਮੀ ਪਾਰਟੀ ਕੋਲ ਜਵਾਬ ਨਹੀਂ ਹੁੰਦਾ, ਤਾਂ ਇੱਕ ਨਵਾਂ ਇਸ਼ੂ ਕ੍ਰੀਏਟ ਕਰ ਦਿੱਤਾ ਜਾਂਦਾ ਹੈ। ਅੱਜ ਜੀ ਇਸ਼ੂ ਕ੍ਰੀਏਟ ਹੋ ਰਿਹਾ ਹੈ, ਭਰਾਵਾਂ ਨੂੰ ਲੜਾਇਆ ਜਾ ਰਿਹਾ ਹੈ, ਚਾਹੇ ਉਹ ਧਰਮ ਦੇ ਨਾਮ ਤੇ ਹੋਵੇ। ਅੱਜ ਤੱਕ ਪੰਜਾਬ ਦੇ ਵਿੱਚ ਨਹੀਂ ਹੋਇਆ ਸੀ ਜੋ ਇਸ 5 ਮਹੀਨਿਆਂ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ। ਜੀ ਗੈਂਗਸਟਰਵਾਦ ਪੂਰੇ ਆਪਣੇ ਹਾਈ ਪੀਕ ਤੇ ਹੈ, ਮੈਂ ਭਾਜੀ ਇੱਕ ਰਿਲੀਜੀਅਨਸ ਦੇ ਗੱਲ ਉੱਪਰ ਇੱਥੇ ਰੁਕਦੀ ਲੜਾਈਆਂ ਆ। ਹਾਈ ਸਾਡੇ ਪੀਕ ਤੇ ਹੈ। ਸਕੂਲਾਂ ਦੇ ਵਿੱਚ ਤੁਸੀਂ ਦੇਖੋ ਬੰਬਸ ਦੀਆਂ ਧਮਕੀਆਂ ਆ ਰਹੀਆਂ ਨੇ। ਅੰਮ੍ਰਿਤਸਰ ਦੇ 2 ਸਕੂਲਾਂ ਦੇ ਵਿੱਚ ਬੰਬ ਦੀ ਧਮਕੀ ਆ ਗਈ ਆ। ਤੋ ਇਸ ਕ੍ਰਿਟੀਕਲ ਇਸ਼ੂ ਮਤਲਬ ਜਿਹੜਾ ਲਾਅ ਐਂਡ ਆਰਡਰ ਨੂੰ ਬਿਲਕੁਲ ਸਹੀ ਖਾਰਜ ਕਰ ਰਿਹਾ ਵਾ ਕਿ ਜੀ ਸਕੂਲਾਂ ਦੇ ਵਿੱਚ ਜਿੱਥੇ ਕਿ ਸਿੱਖਿਆ ਦਾ ਇੱਕ ਉਹ ਮਤਲਬ ਇੱਕ ਸਾਡੇ ਮੰਦਰ ਨੇ, ਉਹਨਾਂ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਆਉਣ ਰਹੀਆਂ ਨੇ। ਤੇ ਇਹਨਾਂ ਦੀ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੇ ਖਲੋਤੀ ਹੋਈ ਆ? ਜੀ ਅਮਨਦੀਪ ਜੀ, ਉਸ ਤੋਂ ਬਾਅਦ ਅਸੀਂ ਗੱਲ ਕਰੀਏ, ਦੇਖੋ ਜਿਹੜਾ ਡਰ ਹੈ, ਸਰਕਾਰ, ਮੇਰੇ ਤੋਂ ਪਹਿਲਾਂ ਪ੍ਰਵਕਤਾ ਨੇ ਕਿਹਾ, ਦੇਖੋ ਅਗਰ ਸਰਕਾਰ ਦੀ ਮਨਸ਼ਾ ਹੋਵੇ ਤਾਂ ਇੱਕ ਦਿਨ ਦੇ ਵਿੱਚ ਸਭ ਕੁਝ ਸਹੀ ਹੋ ਸਕਦਾ, ਪਰ ਇਹ ਸਰਕਾਰ ਹੀ ਉਹ ਹੈ ਜਿਹੜੀ ਮੀਡੀਆ ਦੇ ਬੇਸ ਤੇ, ਮੈਂ ਚਾਹੇ ਮੇਰੀ ਗੱਲ ਕੌੜੀ ਲੱਗਦੀ ਹੋਵੇ ਕਈ ਮੀਡੀਆ ਚੈਨਲਸ ਨੂੰ, ਬਟ ਇਹ ਉਹ ਸਰਕਾਰ ਹੈ ਜਿਹੜੀ ਮੀਡੀਆ ਨੇ ਆਪ ਬਣਾਈ ਹੈ। ਕਿਉਂਕਿ ਮੀਡੀਆ ਨੇ ਇਹ ਸੋਚਿਆ ਵੀ ਜੋ ਇਹ ਗੱਲਾਂ ਕਹਿ ਰਹੇ ਆ ਉਹ ਸ਼ਾਇਦ ਬਿਲਕੁਲ ਸੱਚੀਆਂ ਨੇ। ਇਹ ਉਹ ਸਰਕਾਰ ਹੈ ਜਿਹੜੀ ਐਡਵਰਟੀਜ਼ਮੈਂਟ ਦੇ ਉੱਪਰ ਬਣੀ ਹੈ। ਇਹ ਉਹ ਜੀ ਸਰਕਾਰ ਹੈ ਜਿਹਨੇ ਪੰਜਾਬ ਲਈ ਕੁਝ ਕੀਤਾ ਨਹੀਂ। ਤੁਸੀਂ ਹੁਣ ਇਸ ਗੱਲ ਤੋਂ ਹੈਰਾਨ ਹੋਵੋਗੇ ਵੀ ਇੱਕ ਬੱਸ ਅੰਮ੍ਰਿਤਸਰ ਤੋਂ ਫਲੈਗ ਆਫ ਕਰਨੀ ਸੀ, ਉਹ ਬੱਸ ਦੀ ਕੀਮਤ ਕਿੰਨੀ ਸੀ? 20 ਨਹੀਂ ਤੇ 25 ਨਹੀਂ ਤੇ 40 ਲੱਖ ਹੋਏਗੀ। ਤੇ ਉਸ ਜੀ ਪ੍ਰੋਗਰਾਮ ਦੇ ਫਲੈਗ ਆਫ ਕਰਨ ਤੇ 3.5 ਕਰੋੜ ਰੁਪਇਆ ਖਰਚ ਦਿੱਤਾ ਗਿਆ ਤੇ ਸਪੈਸ਼ਲ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਗਿਆ ਪੰਜਾਬ ਦੇ ਵਿੱਚ, ਤਾਂ ਜਾ ਕੇ ਬੱਸ ਸ਼ੁਰੂ ਹੋਈ। ਔਰ ਦਿਨ ਪ੍ਰਤੀ ਦਿਨ ਸਾਡੇ ਜਿਹੜਾ ਐਡਵਰਟੀਜ਼ਮੈਂਟ ਦਾ ਖਰਚਾ, ਅਗਰ ਤੁਸੀਂ ਆਰਟੀਆਈ 'ਚ ਪਤਾ ਕਰੋ ਤੇ ਲੱਖ ਰੁਪਏ ਦੀ ਚੀਜ਼ ਨਹੀਂ ਹੁੰਦੀ ਤੇ ਕਰੋੜਾਂ ਰੁਪਏ ਉਹਦੇ ਤੇ ਪੰਜਾਬ ਦੇ ਐਡਵਰਟੀਜ਼ਮੈਂਟਸ ਤੇ ਆ ਰਹੇ ਨੇ। ਤੇ ਮੈਂ ਜੀ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ ਵੀ 5 ਮਹੀਨਿਆਂ ਦੇ ਵਿੱਚ ਜਿਹੜੇ ਇਹਨਾਂ ਨੇ ਤੁਹਾਨੂੰ ਸੁਪਨੇ ਦਿਖਾਏ ਸੀ ਉਹ ਹੁਣ ਧੁੰਦਲੇ ਹੋਣੇ ਸ਼ੁਰੂ ਹੋ ਗਏ ਆ। ਤੇ ਲੋਕ ਕਿਸੇ ਵੀ ਫਰਕਾ ਪ੍ਰਸਤ ਜਿਹੜੀ ਇਹਨਾਂ ਦੀਆਂ ਪਾਲਿਸੀਆਂ ਹੈਗੀਆਂ ਉਹਨਾਂ ਦੇ ਵਿੱਚ ਆ ਕੇ ਆਪਣੀ ਭਾਈਚਾਰਕ ਸਾਂਝ, ਪੰਜਾਬ ਦਾ ਜਿਹੜਾ ਭਾਈਚਾਰਕ ਸਾਂਝ ਜਿਹੜੀ ਮਸ਼ਹੂਰ ਆ, ਉਹਨੂੰ ਖਰਾਬ ਨਾ ਕਰਨ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ, ਕਿਸੇ ਵੀ ਇੱਕ ਮੈਸੇਜ ਨੂੰ ਦੇਖ ਕੇ ਆਪਣੀ ਰਾਏ ਨਾ ਬਣਾਉਣ, ਪਹਿਲਾਂ ਪੂਰੀ ਤਰ੍ਹਾਂ ਉਸ ਚੀਜ਼ ਨੂੰ ਪਰਖਣ, ਉਸ ਤੋਂ ਬਾਅਦ ਆਪਣੀ ਰਾਏ ਬਣਾਉਣ। ਕਿਉਂਕਿ ਜਿਹੜੇ ਆਉਣ ਵਾਲੇ ਦਿਨ ਹੈ ਨਾ, ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ, ਜਿਹੜੇ ਐਮਐਲਏਆਂ ਦੀ ਇਹ ਗਰੰਟੀ ਲੈਂਦੇ ਸੀ ਉਹਦੇ ਵਿੱਚੋਂ 80% ਤੱਕ ਕ੍ਰਿਮੀਨਲ ਰਿਕਾਰਡ ਹੈ। ਜੀ ਤੇ ਕਿਹੜੇ ਸਾਫ਼ ਸੁਥਰੀ ਛਵੀ ਦੀ ਤੁਸੀਂ ਗੱਲ ਕਰਦੇ ਹੋ? ਅਗਰ ਤੁਸੀਂ ਗੱਲ ਕਰਦੇ ਹੋ ਵੀ ਗਰੰਟੀ ਦੀ ਹੈ, ਮੈਂ ਆਮ ਆਦਮੀ ਪਾਰਟੀ ਨੂੰ ਮੀਡੀਆ ਦੇ ਥਰੂ ਪੁੱਛਣਾ ਚਾਹਨਾ, ਜਦੋਂ ਇਲੈਕਸ਼ਨ ਆਏ ਆ ਗੁਜਰਾਤ ਵਿੱਚ, ਹਿਮਾਚਲ ਦੇ ਵਿੱਚ, ਕੀ ਉਦੋਂ ਹੀ ਤੁਹਾਡੇ ਐਮਐਲਏਆਂ ਦੇ ਮੁੱਲ ਪੈਣੇ ਸ਼ੁਰੂ ਹੋਏ ਆ? ਉਸ ਤੋਂ ਪਹਿਲਾਂ ਤੁਹਾਡੇ ਐਮਐਲਏ ਇੰਨੇ ਹੈ ਨਹੀਂ ਸੀ ਵੀ ਉਹਨਾਂ ਦਾ ਕੋਈ ਮੁੱਲ ਪਾ ਸਕੇ। ਦੇਖੋ ਜੀ ਇਹ ਗੱਲਾਂ ਕਦੋਂ ਆਉਂਦੀਆਂ? ਜਦੋਂ ਮਾਈਨਿੰਗ ਪਾਲਿਸੀ ਦੀ ਗੱਲ ਕਰੋ ਤਾਂ ਸਾਡੇ ਐਮਐਲਏਆਂ ਨੂੰ ਖਤਰਾ ਹੈ ਜੀ, ਸਾਡੇ ਐਮਐਲਏਆਂ ਨੂੰ ਖਰੀਦਣ ਦੀ ਕੋਸ਼ਿਸ਼ ਹੈ। ਜੇ ਐਕਸਾਈਜ਼ ਪਾਲਿਸੀ ਦੀ ਗੱਲ ਕਰ ਲਓ ਤਾਂ ਕੋਈ ਹੋਰ ਮੁੱਦਾ ਆ ਜਾਂਦਾ ਹੈ ਜੀ। ਜੇ ਇਹਨਾਂ ਕੋਲੋਂ ਜਿਹੜਾ ਚੀਜ਼ ਜਵਾਬ ਮੰਗਦੇ ਆ ਨਾ, ਉਸ ਚੀਜ਼ ਦਾ ਇਹਨਾਂ ਨੇ ਕਿਸੇ ਵੀ ਡਿਬੇਟ ਦੇ ਵਿੱਚ ਕਦੀ ਜਵਾਬ ਨਹੀਂ ਦਿੱਤਾ। ਚਾਹੇ ਇਹਨਾਂ ਦੇ ਚੀਫ ਸਪੋਕਸਪਰਸਨ ਕੰਗ ਸਾਹਿਬ ਨੇ, ਅਗਰ ਚੈਨਲ ਵੀ ਉਹਨਾਂ ਦੇ ਕੋਲੋਂ ਕੋਈ ਜਵਾਬ ਪੁੱਛਦਾ ਨਾ ਵੀ ਤੁਸੀਂ ਪੋਜ਼ਿਟਿਵ ਚੀਜ਼ ਕੀ ਕੀਤੀ, ਉਹ ਕਹਿਣਗੇ ਜੀ 25 ਸਾਲ ਸਰਕਾਰਾਂ ਨੇ ਕੁਝ ਨਹੀਂ। ਅਗਰ ਤੁਸੀਂ 25 ਸਾਲਾਂ ਨੂੰ ਛੱਡੋ, ਤੁਸੀਂ ਇਹ ਦੱਸੋ ਵੀ ਤੁਸੀਂ 5 ਮਹੀਨਿਆਂ 'ਚ ਪੰਜਾਬ ਲਈ ਕੀ ਕੀਤਾ? ਜੀ ਤੁਸੀਂ ਤਾਂ ਵਾਅਦੇ ਕੀਤੇ ਸੀ ਵੀ 24 ਘੰਟਿਆਂ ਦੇ ਵਿੱਚ ਅਸੀਂ ਸਭ ਕੁਝ ਠੀਕ ਕਰ ਦਾਂਗੇ। ਤੁਸੀਂ ਵਾਅਦੇ ਕੀਤੇ ਸੀ ਵੀ ਆਂਦੇ ਸਾਰ ਅਸੀਂ ਨਸ਼ਾ ਖਤਮ ਕਰ ਦਾਂਗੇ। ਮੈਨੂੰ ਬੜਾ ਅਫਸੋਸ ਹੋ ਰਿਹਾ ਹੈ, ਅਸੀਂ ਆਪਣੇ ਪੰਜਾਬ ਨੂੰ, ਇਹਨਾਂ ਨੇ ਕਿਹਾ ਸੀ ਸੁਨਹਿਰੀ ਦੌਰ 'ਚ ਲੈ ਕੇ ਜਾਵਾਂਗੇ, ਪਰ ਪੰਜਾਬ ਦੇ ਵਿੱਚ ਅੱਜ ਬਿਜਲੀ ਸੰਕਟ, ਲੋਕਾਂ ਦੇ ਹੱਥਾਂ ਦੇ ਵਿੱਚ ਪੱਖੀਆਂ ਵਾਪਸ ਆ ਗਈਆਂ। ਨਸ਼ਾ ਇਹਨਾਂ ਨੇ ਕਿਹਾ ਸੀ ਬੰਦ ਕਰਾਂਗੇ। ਸਾਡੇ ਭਰਾਵਾਂ ਨੂੰ ਤਾਂ ਛੱਡੋ, ਸ਼ਰਮ ਆਉਂਦੀ ਹੈ, ਕਹਿੰਦੇ ਵੀ ਸਾਡੀਆਂ ਭੈਣਾਂ ਤੱਕ ਜਿਹੜੀਆਂ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਦੇ ਵਿੱਚ ਦਿਨ ਪ੍ਰਤੀ ਦਿਨ ਉਹਨਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ। ਤੁਸੀਂ ਹਸਪੀਟਲਸ ਦੀ ਗੱਲ ਕਰਦੇ ਸੀ, ਆਮ ਆਦਮੀ ਪਾਰਟੀ ਜਿਹੜੀ ਕਲੀਨਿਕ ਬਣਾਈ ਹੈ, 50% ਜਿਹੜੇ ਕੰਟਰੈਕਟ ਤੇ ਡਾਕਟਰ ਸੀ ਉਹ ਰਿਜ਼ਾਈਨ ਦੇ ਕੇ ਛੱਡ ਕੇ ਜਾ ਚੁੱਕੇ ਆ। ਅਸੀਂ ਕਿਹੜੀ ਗੱਲ ਕਰ ਰਹੇ ਹਾਂ? ਤੁਸੀਂ ਮੁੱਦਿਆਂ ਦੀ ਗੱਲ ਕਰੋ ਤੇ ਕਿਰਪਾ ਕਰਕੇ ਐਡਵਰਟੀਜ਼ਮੈਂਟਾਂ ਦੇ ਉੱਪਰ, ਫੋਕੀ ਵਾਹਵਾਹੀ ਦੇ ਉੱਪਰ ਪੰਜਾਬ ਦਾ ਪੈਸਾ ਨਾ ਬਰਬਾਦ ਕਰੋ। ਉਹੀ ਪੈਸਾ ਲੋਕਾਂ ਦੇ ਉੱਪਰ, ਉਹਨਾਂ ਦੇ ਵੈਲਫੇਅਰ ਤੇ ਕਰੋ। ਇਹੀ ਅਸੀਂ ਹੱਥ ਜੋੜ ਕੇ ਬੇਨਤੀ ਵੀ ਕਰਦੇ ਹਾਂ। ਤੇ ਲੋਕਾਂ ਦੀ ਆਵਾਜ਼ ਬਣ ਕੇ, ਇਹਨਾਂ ਦੇ ਜਿਹੜੇ ਕੰਨ ਇਹਨਾਂ ਨੇ ਬੰਦ ਕੀਤੇ ਹੋਏ ਆ ਉਹ ਬੰਦ ਹੋਏ ਹੋਏ ਆ। ਕੇਜਰੀਵਾਲ ਸਾਹਿਬ ਨੇ ਕਿਹਾ ਹੋਇਆ, ਨਾ ਕਿਸੇ ਦੀ ਸੁਣੋ, ਨਾ ਕੁਝ ਦੇਖੋ, ਜੋ ਅਸੀਂ ਕਹਿ ਰਹੇ ਹਾਂ ਸਿਰਫ ਉਹੀ ਕਰੋ। ਉਸ ਚੀਜ਼ ਤੋਂ ਬਾਹਰ ਆਓ, ਨਹੀਂ ਤਾਂ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਸਾਹਿਬ ਦੇ ਕਹਿਣ ਤੇ ਜੋ ਤੁਸੀਂ ਕਰ ਰਹੇ ਹੋ, ਜਦੋਂ ਪੰਜਾਬ ਦੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਤੇ ਤੁਹਾਨੂੰ ਪਰਮਾਨੈਂਟਲੀ ਜਾ ਕੇ ਦਿੱਲੀ ਦੇ ਉੱਥੇ
ਹਸਪਤਾਲਾਂ ਦੇ ਵਿੱਚ ਆਪਣਾ ਇਲਾਜ ਕਰਾਉਣਾ ਪੈਣਾ, ਤੇ ਜਿਹੜੇ ਕੇਜਰੀਵਾਲ ਸਾਹਿਬ ਨੇ ਬੰਗਲੇ ਲਿੱਤੇ ਆ ਉੱਥੇ ਹੀ ਤੁਹਾਨੂੰ ਜਾ ਕੇ ਰਹਿਣਾ ਪੈਣਾ, ਕਿਉਂਕਿ ਪੰਜਾਬ ਦੇ ਲੋਕਾਂ ਨੇ ਮੁੜ ਤੁਹਾਨੂੰ ਪੰਜਾਬ 'ਚ ਵੜਨ ਨਹੀਂ ਦੇਣਾ। ਜੀ ਸ਼ੁਕਰੀਆ ਜੀ। ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਤੀਜਾ ਇਹ ਨਿਕਲਿਆ ਕਿ ਜਿਹੜੀ ਵੱਡੀ ਪ੍ਰੋਬਲਮ ਹੈ ਪੰਜਾਬ ਦੀ, ਮਾਈਨਿੰਗ ਦਾ ਕਾਰਨ ਨੈਕਸਸ, ਜਿਹਨੂੰ ਤੋੜਨਾ ਬਹੁਤ ਜ਼ਰੂਰੀ ਹੈ, ਤੇ ਉਹਦੇ ਵਿੱਚ ਸਭ ਤੋਂ ਵੱਡੀ ਕਾਰਵਾਈ ਕਰ ਸਕਦੀ ਹੈ ਪੰਜਾਬ ਸਰਕਾਰ। ਸਾਨੂੰ ਇਹ ਡਿਟੈਕਟ ਕਰਨਾ ਪਊਗਾ ਕਿ ਪ੍ਰੋਬਲਮ ਕਿਹੜੀ ਹੈ, ਕਿੱਥੇ ਹੈ। ਸਾਡੇ ਡਿਪਾਰਟਮੈਂਟ ਨੂੰ ਜਿਓਲੋਜਿਸਟ ਚਾਹੀਦੇ ਆ, ਇਹ ਵੱਡਾ ਸਵਾਲ ਉੱਠਿਆ ਅੱਜ ਦੀ ਇੱਕ ਡਿਬੇਟ ਦੇ ਵਿੱਚ। ਤੇ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਜਿਹੜੇ ਵੀ ਕ੍ਰਿਮੀਨਲ ਹੈਗੇ ਆ, ਜਿਹੜੇ ਇਸ ਤਰ੍ਹਾਂ ਦੀ ਇਲੀਗਲ ਐਕਟੀਵਿਟੀਜ਼ ਦੇ ਵਿੱਚ ਜੁੜੇ ਹੋਏ ਆ, ਉਹਨਾਂ ਨੂੰ ਰਿਕਗਨਾਈਜ਼ ਕਰਨਾ ਤੇ ਉਹਨਾਂ ਨੂੰ ਪਤਾ ਕਰਕੇ ਉਹਨਾਂ ਦੀ ਸ਼ਿਕਾਇਤ ਕਰਨੀ, ਉਹਨਾਂ ਦੇ ਖਿਲਾਫ ਖੜੇ ਹੋਣਾ, ਇਹ ਹਰ ਪੰਜਾਬੀ ਦਾ, ਹਰ ਪੰਜਾਬ ਦੇ ਨਾਗਰਿਕ ਦਾ ਫਰਜ਼ ਹੈ। ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਨਾਗਰਿਕ, ਪੰਜਾਬ ਦੇ ਲੋਕ ਇੰਨੇ ਸਮਝਦਾਰ ਹੈਗੇ ਆ ਕਿ ਆਪਣੇ ਹਿੱਤਾਂ ਨੂੰ ਅਸੀਂ ਸਮਝਦੇ ਹਾਂ। ਸਾਨੂੰ ਸਾਰਿਆਂ ਨੂੰ ਇਸ ਮਾਮਲੇ ਦੇ ਵਿੱਚ ਆਪਣਾ ਸਹਿਯੋਗ ਦੇਣਾ ਪਊਗਾ। ਜੇ ਸਰਕਾਰ ਨੂੰ, ਪੁਲਿਸ ਪ੍ਰਸ਼ਾਸਨ ਨੂੰ ਜਾਂ ਪ੍ਰਸ਼ਾਸਨ ਨੂੰ ਕਿਸੇ ਵੀ ਤਰੀਕੇ ਨਾਲ ਸਾਡੀ ਜ਼ਰੂਰਤ ਹੈ ਤਾਂ ਸਾਨੂੰ ਉਹਦੇ ਲਈ ਖੜਨਾ ਜ਼ਰੂਰੀ ਹੈ, ਕਿਉਂਕਿ ਆਉਣ ਵਾਲੀਆਂ ਨਸਲਾਂ ਲਈ, ਆਉਣ ਵਾਲੀ ਪੀੜ੍ਹੀ ਦੇ ਲਈ ਪੰਜਾਬ ਦੇ ਇਨਵਾਇਰਨਮੈਂਟ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਇਹਦੇ ਨਾਲ ਹੀ ਪੰਜਾਬ ਬਚੇਗਾ। ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮ ਲੈ ਕੇ ਆਉਂਦੇ ਰਵਾਂਗੇ, ਜਾਣਦੇ ਰਵਾਂਗੇ ਪੰਜਾਬ ਦਾ ਕੀ ਹੈ ਹਾਲ। ਤੁਸੀਂ ਦੇਖਦੇ ਰਹੋ ਪੰਜਾਬ ਟੂਡੇ। ਸਤਿ ਸ਼੍ਰੀ ਅਕਾਲ।